ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। संत सरन जो जन परੈ सो जन उद्धरन हार। संत की निंदा नानका बहर बहर अवतार। संता को मत कोई निंद हो संत राम है एको। कहो कबीर मैं सो गुर पाया जाका नाओ विवेको। मेरे राम राय तू संता का संत तेरे। 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 तेरे सेवक को किछ नहीं जम नहीं आवे न आवे नेरे। तेरे सेवक को किछ नहीं जम नहीं आवे मेरे। जम नहीं आवे नावे नेरे। जम नहीं आवे मेरे। मेरे राम राय तू संता का संत तेरे। मेरे राम राय जिसके सिर पर तू स्वामी सो दुख कैसा
सा पावे जिसके सिर बोल न जाने माया मद माता मरना चीत ना आवे मरना चीत न आवे मेरे राम राय तू संता का संत तेरे मेरे राम राय मेरे राम राय तू संता का संत तेरे जन्म मरण दुख नासा तेरी बखसना बेटे कोई सतगुर का सतगुर का दिलासा सतगुर का दिलासा मेरे राम राय संता का संत तेरे मेरे राम राय तू संता का मेरे राम राय तू संता का संत तेरे मेरे राम तेरे सेवक को पाओ किछ नहीं जम नहीं आवे मेरे जम नहीं आवे मेरे राम राय तू संता का संत तेरे मेरे राम राय तू संता का संत तेरे
ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧ ਹੈ तेरी शरण तेरे परवास पंच दुष्ट ले साध ज्ञान ध्यान किछ कर्म ना जाना सार ना जाना तेरी सब ते वड्डा सतगुर नानक जिन कल राखी मेरी जिन कल राखी मेरी वाहिगुरु 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 ਵੱਡੇ ਭਾਗ ਜੀ ਸਾਧੂਆਂ ਦੇ ਵੱਡੇ ਭਾਗ ਜੀ ਸਾਧੂਆਂ ਦੇ
ਜੀ ਸਾਧੂਆਂ ਦੇ, ਵੱਡੇ ਭਾਗ ਜੀ ਸਾਧੂਆਂ ਦੇ। ਜਿਨ੍ਹਾਂ ਕੋਲ ਹੈ ਖਜ਼ਾਨਾ ਤੇਰੇ ਨਾਮ ਦਾ, ਵੱਡੇ ਭਾਗ ਸਾਧੂਆਂ ਦੇ। ਜਿਨ੍ਹਾਂ ਕੋਲ ਹੈ ਖਜ਼ਾਨਾ ਤੇਰੇ ਨਾਮ ਦਾ, ਵੱਡੇ ਭਾਗ ਸਾਧੂਆਂ ਦੇ। ਜਿਨ੍ਹਾਂ ਕੋਲ ਹੈ ਖਜ਼ਾਨਾ ਤੇਰੇ ਨਾਮ ਦਾ, ਵੱਡੇ ਭਾਗ ਸਾਧੂਆਂ ਦੇ। ਜਿਨ੍ਹਾਂ ਕੋਲ ਹੈ ਖਜ਼ਾਨਾ ਤੇਰੇ ਨਾਮ ਦਾ, ਵੱਡੇ ਭਾਗ ਸਾਧੂਆਂ ਦੇ। ਵੱਡੇ ਭਾਗ ਸਾਧੂਆਂ ਦੇ, ਪਿਆਰਿਓ ਵੱਡੇ ਭਾਗ ਸਾਧੂਆਂ ਦੇ। ਵੱਡੇ ਭਾਗ ਸਾਧੂਆਂ ਦੇ, ਸੰਗ ਤੇ ਵੱਡੇ ਭਾਗ ਸਾਧੂਆਂ ਦੇ। ਜਿਨ੍ਹਾਂ ਕੋਲ ਹੈ ਖਜ਼ਾਨਾ ਤੇਰੇ ਨਾਮ ਦਾ, ਵੱਡੇ ਭਾਗ ਸਾਧੂਆਂ ਦੇ। ਜਿਨ੍ਹਾਂ ਕੋਲ ਹੈ ਖਜ਼ਾਨਾ ਤੇਰੇ ਨਾਮ ਦਾ, ਵੱਡੇ ਭਾਗ ਸਾਧੂਆਂ ਦੇ। ਜਿਨ੍ਹਾਂ ਕੋਲ ਹੈ ਖਜ਼ਾਨਾ ਤੇਰੇ ਨਾਮ ਦਾ, ਵੱਡੇ ਭਾਗ ਸਾਧੂਆਂ ਦੇ। ਜਿਨ੍ਹਾਂ ਕੋਲ ਹੈ ਖਜ਼ਾਨਾ ਤੇਰੇ ਨਾਮ ਦਾ, ਵੱਡੇ ਭਾਗ ਸਾਧੂਆਂ ਦੇ। परम सत्कारयोग सतगुरां दी साजी और निवाजी हुई गुरु प्यारे गुरु सवारी साध संगत जी, रसना पवित्र करो गुरु महाराज जी की फतेह नाल सांझ पाओ। सारे इको वारी गज के आखो जी वाहिगुरू जी का खालसा
ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਜਿਨ੍ਹਾਂ ਕੋਲ ਹੈ ਖਜ਼ਾਨਾ ਤੇਰੇ ਨਾਮ ਦਾ, ਵੱਡੇ ਭਾਗ ਸਾਧੂ ਹਨ। ਜਿਹੜੇ ਸਾਧੂਆਂ ਕੋਲ ਜਿਹੜੇ ਨਾਮ ਜਪਣ ਵਾਲਿਆਂ ਕੋਲ ਤੇਰਾ ਨਾਮ ਹੋਵੇ, ਤੇਰਾ ਗਿਆਨ ਹੋਵੇ, ਉਹਨਾਂ ਦੇ ਵੱਡੇ ਭਾਗ ਨੇ। ਉਹ ਚੰਗੇ ਪਾਸੇ ਰਹਿੰਦੇ ਹਨ, ਚੰਗੇ ਕਰਮ ਕਰਦੇ ਹਨ, ਮਾੜੇ ਪਾਸੇ ਨਹੀਂ ਜਾਂਦੇ। ਤੇ ਜਿੱਥੇ ਵੀ ਉਹ ਬੈਠਦੇ ਨੇ ਉਸ ਥਾਂ ਨੂੰ ਵੀ ਸਫਲਾ ਕਰ ਦਿੰਦੇ ਨੇ। ਉਹ ਥਾਂ ਤੀਰਥਾਂ ਵਾਲਾ ਹੋ ਜਾਂਦਾ, ਤੀਰਥ ਵਰਗਾ ਹੋ ਜਾਂਦਾ। ਮਾਨੋ ਉਸ ਥਾਂ ਦੀ ਯਾਤਰਾ ਕਰਕੇ ਮਾਨੋ 68 ਤੀਰਥਾਂ ਦੇ ਇਸ਼ਨਾਨ ਦਾ ਹੀ ਫਲ ਪ੍ਰਾਪਤ ਹੋ ਜਾਂਦਾ। ਇੱਕ ਤੀਰਥ ਦੀ ਯਾਤਰਾ ਕਰਨੀ ਹੋਵੇ ਕਿੰਨਾ ਸਮਾਂ ਲੱਗ ਜਾਂਦਾ ਹੈ, ਕਿੰਨੀ ਖੇਚਲ ਹੁੰਦੀ ਹੈ ਸਰੀਰ ਨੂੰ, ਕਿੰਨੇ ਸਾਧਨ ਖਰਚ ਆਉਂਦੇ ਨੇ। ਜੇ 68 ਤੀਰਥਾਂ ਦੀ ਯਾਤਰਾ ਕਰਨੀ ਹੋਵੇ, ਤੀਰਥ ਤਾਂ ਸੰਸਾਰ ਤੇ ਬਹੁਤ ਨੇ, ਪਰ ਜਿਹੜੇ 68 ਨੇ ਉਹ ਮੁੱਖ ਗਿਣੇ ਗਏ ਨੇ। ਪਰ ਕਹਿੰਦੇ ਨੇ ਜੇ ਉਹਨਾਂ ਦੀ ਯਾਤਰਾ ਕਰਨੀ ਹੋਵੇ ਤੇ ਅੰਦਾਜ਼ਾ ਲਗਾ ਲਓ ਕਿੰਨਾ ਵਕਤ ਲੱਗੇਗਾ, ਕਿੰਨਾ ਸਮਾਂ ਲੱਗੇਗਾ, ਕਿੰਨੇ ਸਾਧਨ ਲੱਗਣਗੇ, ਕਿੰਨੀ ਖੇਚਲ ਹੋਵੇਗੀ ਸਰੀਰ ਨੂੰ, ਕਿੰਨਾ ਤੁਰਨਾ ਪਵੇਗਾ। ਅੱਜ ਭਾਵੇਂ ਆਉਣ ਜਾਣ ਦੇ ਸਾਧਨ ਬਥੇਰੇ ਨੇ, ਪਰ ਅੱਜ ਦੇ ਯੁੱਗ ਦੇ ਵਿੱਚ ਵੀ ਉਹਨਾਂ ਸਾਰੇ ਤੀਰਥਾਂ ਦੀ ਯਾਤਰਾ ਕਰਨੀ ਬਹੁਤ ਔਖੀ ਹੈ। ਭਲਾ ਮੰਨ ਵੀ ਲਿਆ ਜਾਵੇ ਕਿਸੇ ਨੇ ਸਰੀਰ ਤੇ ਖੇਚਲ ਝੱਲ ਕੇ, ਬਹੁਤ ਸਾਰਾ ਧਨ ਖਰਚ ਕੇ, ਬੜਾ ਸਮਾਂ ਲਗਾ ਕੇ ਉਹਨਾਂ 68 ਤੀਰਥਾਂ ਦਾ ਇਸ਼ਨਾਨ ਕਰ ਲਿਆ, ਯਾਤਰਾ ਕਰ ਲਈ ਹੈ। ਦੂਸਰੇ ਪਾਸੇ ਕਿਸੇ ਤੱਤ ਵਿੱਚ ਪੂਰਨ ਬ੍ਰਹਮ ਗਿਆਨੀ ਦੇ ਛੋਈ ਹੋਈ ਧਰਤੀ ਤੇ ਉੱਥੋਂ ਦੀ ਯਾਤਰਾ ਕਰ ਲਈ, ਉਹਨਾਂ ਦੇ ਗਿਆਨ ਨੂੰ ਆਪਣੇ ਮਸਤਕ ਨਾਲ ਲਾ ਲਿਆ, ਉਹਨਾਂ ਦੇ ਗਿਆਨ ਦੀ ਧੂੜੀ ਨੂੰ ਆਪਣੇ ਮਸਤਕ ਨਾਲ ਲਾ ਲਿਆ, ਓਨਾ ਹੀ ਉਹਦਾ ਮਹਾਤਮ ਮਿਲ ਜਾਂਦਾ ਹੈ ਜਿੰਨਾ ਕਿ 68 ਤੀਰਥਾਂ ਦਾ ਇਸ਼ਨਾਨ ਕਰਕੇ ਮਿਲਦਾ। ਵੇਖੋ ਕਿੰਨੀ ਵੱਡੀ ਕਿਰਪਾ ਹੋਈ ਹੈ ਰਾੜਾ ਸਾਹਿਬ ਵਾਲੇ ਇਲਾਕੇ ਦੇ ਉੱਪਰ। 68 ਤੀਰਥ ਜੈ ਸਾਧ ਭਗਤਰ ਹੈ, ਜਿੱਥੇ ਬੈਠ ਕੇ ਉਹਨਾਂ ਨੇ ਪਰਮੇਸ਼ਰ ਦਾ ਨਾਮ ਉਚਾਰਨ ਕੀਤਾ। ਉਹ ਥਾਂ ਦੀ ਬਾਬਤ ਵੀ ਸਤਿਗੁਰੂ ਜੀ ਫਰਮਾਨ ਕਰਦੇ ਹਨ, ਤਹ ਬਖੁੰਠ ਜੈ ਨਾਮ ਉਚਰ ਹੈ। ਉਹ ਥਾਂ ਬੈਕੁੰਠ ਬਣ ਜਾਂਦੀ ਹੈ। ਬੈਕੁੰਠ ਨਗਰ ਜਹਾਂ ਸੰਤ ਵਾਸਾ। ਸਾਧ ਸੰਗਤ ਬੈਕੁੰਠ ਬਣਦੇ ਨਾਮ ਦੀ ਬਦੌਲਤ, ਨਾਮ ਦਾ ਉਚਾਰਨ ਕਰਦੇ ਨੇ। ਤਾਂ ਬੈਕੁੰਠ ਜਹਾਂ ਨਾਮ ਉਚਰੇ, ਜਿੱਥੇ ਬੈਠ ਕੇ ਉਹਨਾਂ ਨੇ ਪਰਮਾਤਮਾ ਦੇ ਚਰਨ ਨੂੰ ਆਪਣੇ ਹਿਰਦੇ ਅੰਦਰ ਵਸਾ ਲਿਆ। ਕਿਹੜੇ ਚਰਨ? ਚਿਤ ਚਰਨ ਨਾਮ। ਆਪਣੇ ਅੰਤਿਸ਼ਕਰਨ ਰੂਪੀ ਖਜ਼ਾਨੇ ਵਿੱਚ ਨਾਮ ਅਮੋਲਕ ਹੀਰੇ ਜਮ੍ਹਾਂ ਕਰ ਲਏ, ਹਿਰਦੇ ਅੰਦਰ ਧਾਰਨ ਕਰ ਲਏ। ਵਾਹਿਗੁਰੂ ਅਕਾਲ ਪੁਰਖ ਦੇ ਚਰਨ, ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ। ਜਿੱਥੇ ਬੈਠ ਕੇ ਉਹਨਾਂ ਨੇ ਘਾਲਣਾ ਘਾਲੀ, ਉਹ ਥਾਂ ਦੀ ਬਾਬਤ ਸਤਿਗੁਰੂ ਜੀ ਨੇ ਬਚਨ ਕੀਤਾ ਹੈ, ਤਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਧਾ ਲਾਏ। ਕਿੰਨਾ ਲੰਮਾ ਸਮਾਂ ਉਹਨਾਂ ਨੇ ਕੀਰਤਨ ਦੀਆਂ ਵਰਖਾ ਕੀਤੀ, ਗੁਰਬਾਣੀ ਦੇ ਕੀਰਤਨ ਦੁਆਰਾ ਤਪਦੇ ਹਿਰਦੇ ਨੂੰ ਸ਼ਾਂਤ ਕੀਤਾ। ਤੇ ਕਿਉਂ ਨਹੀਂ ਉਹ ਥਾਂ ਬੈਕੁੰਠ ਬਣੇਗੀ ਜਿੱਥੇ ਉਹਨਾਂ ਨੇ ਕੀਰਤਨ ਵੀ ਐਸਾ ਕੀਤਾ ਹੈ, ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕਾਮ ਤੇਰਾ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੁਟੇ। ਉਹਨਾਂ ਨੇ ਇੰਨਾ ਲੰਮਾ ਸਮਾਂ ਨਿਸ਼ਕਾਮ ਕੀਰਤਨ ਕੀਤਾ, ਆਪਣੀ ਅੱਧੀ ਸਦੀ ਸੰਗਤਾਂ ਨੂੰ ਗੁਰਮਤਿ ਦ੍ਰਿੜ ਕਰਵਾਈ। ਕੀਰਤਨ ਭਗਤੀ ਦੁਆਰਾ ਜਗਤ ਨੂੰ
ਅਕਾਲ ਪੁਰਖ ਦੇ ਨਾਲ ਜੁੜਨ ਦੀ ਤਰਕੀਬ ਸਿਖਾਈ। ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਉਹ ਕਹਿਣ ਤੋਂ ਭਾਵ ਉਹਨਾਂ ਦੀ ਤਪੱਸਿਆ ਔਰ ਬੰਦਗੀ ਦੀ ਬਦੌਲਤ ਇਹ ਮਹਾਨ ਤੀਰਥ ਬੈਕੁੰਠ ਬਣ ਚੁੱਕੀ ਧਰਤੀ 'ਤੇ ਰਾੜਾ ਸਾਹਿਬ 'ਤੇ ਆਪਾਂ ਅਕਸਰ ਹੀ ਜਾਂਦੇ ਹਾਂ। ਇਸ ਕਰਕੇ ਹੁਣ ਵੀ ਆਪਾਂ ਉਸੇ ਸੰਬੰਧ ਦੇ ਵਿੱਚ ਹੀ ਵਿਚਾਰ ਕਰੀਏ, ਕਿਉਂਕਿ ਜਿਹੜਾ 15 ਦਿਨੀ ਦੀਵਾਨ ਹੈ ਉਸ 15 ਦਿਨਾਂ ਦੇ ਵਿੱਚ ਕੋਈ ਗੁਰਪੁਰਬ ਆ ਜਾਵੇ, ਕੋਈ ਇਤਿਹਾਸ ਦਿਨ ਆ ਜਾਵੇ, ਕੋਈ ਤਿਉਹਾਰ ਆ ਜਾਵੇ, ਤਾਂ ਅਕਸਰ ਹੀ ਅਸੀਂ ਕੈਲੰਡਰ ਦੇ ਵਿੱਚ ਦੇਖਦੇ ਹਾਂ ਕਿ ਕੋਈ ਇਸ ਦਿਨਾਂ ਦੇ ਨਜ਼ਦੀਕ ਕੋਈ ਤਿਉਹਾਰ ਨਾ ਹੋਵੇ, ਕੋਈ ਤੇ ਹੋਵੇ ਤਾਂ ਉਸ ਦੇ ਬਾਬਤ ਹੀ ਗੱਲ ਹੁੰਦੀ ਹੈ। ਪਰ ਦੇਖਿਆ ਕਿ ਇਸ ਐਤਵਾਰ ਦੇ ਨਜ਼ਦੀਕ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜਾ ਜੋ ਕਿ 5 ਤਰੀਕ ਨੂੰ ਸੀ, ਲੰਘ ਚੁੱਕਿਆ ਹੈ, 3, 4, 5 ਜਿਹਨੂੰ ਆਲੋਵਾਲ ਦੇ ਵਿੱਚ ਮਨਾਇਆ ਗਿਆ ਹੈ। ਸੋਚਿਆ ਉਸੇ ਸੰਬੰਧ ਦੇ ਵਿੱਚ ਹੀ ਅੱਜ ਆਪਾਂ ਉਹਨਾਂ ਦੇ ਵਿਚਾਰ ਕਰੀਏ ਔਰ ਗੁਰੂ ਘਰੋਂ ਉਹਨਾਂ ਦੀ ਖੁਸ਼ੀਆਂ ਪ੍ਰਾਪਤ ਕਰੀਏ, ਕਿਉਂਕਿ ਗੁਰੂ ਦੀ ਖੁਸ਼ੀ ਇਸੇ ਵਿੱਚ ਹੀ ਹੈ। ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ। ਸੰਗਤ ਬਣੀਏ ਪਰਮਾਤਮਾ ਦੇ, ਅਕਾਲ ਪੁਰਖ ਦੀ, ਵਾਹਿਗੁਰੂ ਦੀ ਸਿਫਤ ਕਰਨ ਵਾਸਤੇ। ਸਤਿਗੁਰੂ ਜੀ ਫਰਮਾਨ ਕਰਦੇ ਹਨ, ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਨੇ, ਉਹਦੇ ਸੇਵਕ ਹਨ, ਉਹਨਾਂ ਦੀ ਸਿਫਤ, ਉਹਨਾਂ ਦੀ ਵਡਿਆਈ ਵੀ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਹੈ। ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ। ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰੇ। ਸੋ ਸੰਤ ਜੀ ਮਹਾਰਾਜ ਜਿਨ੍ਹਾਂ ਨੇ ਉਸ ਆਲੋਵਾਲ ਨਗਰ ਨੂੰ ਸਦੀਵੀ ਮਾਣ ਬਖਸ਼ਿਆ, ਜਿੱਥੇ 3, 4, 5 ਤਰੀਕ ਨੂੰ ਉਹਨਾਂ ਦੇ ਜਨਮ ਦਿਹਾੜੇ ਦੇ ਸੰਬੰਧ ਦੇ ਵਿੱਚ ਉੱਥੇ ਸਮਾਗਮ ਦੀਆਂ ਕਈਆਂ ਨੇ ਹਾਜ਼ਰੀਆਂ ਭਰੀਆਂ। ਧੰਨ ਸੋ ਗਾਓ, ਧੰਨ ਸੋ ਠਾਓ, ਧੰਨ ਪਨੀਤ ਕਟੰਬ। ਪਿਤਾ ਸਰਦਾਰ ਰਾਮ ਸਿੰਘ ਜੀ ਔਰ ਮਾਤਾ ਰਤਨ ਕੌਰ ਜੀ, ਉਹਨਾਂ ਦੇ ਪੂਰਬਲੇ ਜਨਮ ਦੀ ਤਪੱਸਿਆ ਨੂੰ ਮਾਨੋ ਭਾਗ ਲੱਗਾ। ਉਹਨਾਂ ਚੰਗੇ ਕਰਮਾਂ ਕਰਕੇ, ਚੰਗੀ ਸੋਚ ਕਰਕੇ ਸਾਧ ਰੂਪ ਆਪਣਾ ਧੰਨ ਧਾਰੇ। ਅਕਾਲ ਪੁਰਖ ਵਾਹਿਗੁਰੂ ਤੋਂ ਵਰਸਾਈ ਇੱਕ ਮਹਾਨ ਹਸਤੀ ਨੇ ਆਪਣੇ ਆਪ ਨੂੰ ਬਾਲਕ ਸਰੂਪ ਦੇ ਵਿੱਚ ਪ੍ਰਗਟ ਕੀਤਾ। ਮਾਤਾ ਪਿਤਾ ਨੇ ਨਾਮ ਰੱਖਿਆ ਗੁਲਾਬ ਸਿੰਘ। ਗਿਆਨੀ ਮੋਹਨ ਸਿੰਘ ਜੀ ਨੇ ਜਿਹੜਾ ਸੰਤ ਜੀ ਮਹਾਰਾਜ ਜੀ ਦਾ ਜੀਵਨ ਲਿਖਿਆ ਹੈ, ਉਹਦੇ ਵਿੱਚ ਉਹਨਾਂ ਨੇ ਇੱਕ ਪ੍ਰਸੰਗ ਦਾ ਜ਼ਿਕਰ ਕੀਤਾ ਹੈ ਕਿ ਉਹਨਾਂ ਦੇ ਜਨਮ ਧਾਰਨ ਕਰਨ ਤੋਂ ਪਹਿਲਾਂ ਹੀ ਉਹਨਾਂ ਦੇ ਪਿਤਾ ਸਰਦਾਰ ਰਾਮ ਸਿੰਘ ਜੀ ਨੂੰ ਇੱਕ ਦ੍ਰਿਸ਼ਟਾਂਤ ਹੋਇਆ, ਭਾਵ ਕਿ ਇੱਕ ਕੋਈ ਦੇਵ ਸਰੂਪ ਦਰਸ਼ਨ ਹੋਏ। ਜਿਵੇਂ ਕਈ ਵਾਰੀ ਆਪਣਾ ਸਬਕੌਂਸ਼ੀਅਸ ਮਾਈਂਡ ਆਪਾਂ ਨੂੰ ਸੰਕੇਤ ਦੇ ਦਿੰਦਾ ਹੈ ਕਿ ਆਉਣ ਵਾਲੇ ਸਮੇਂ ਦਾ ਕਈ ਵਾਰ, ਤਾਂ ਉਹਨਾਂ ਨੂੰ ਇੱਕ ਕਿਸੇ ਨੇ ਗੁਲਾਬ ਦਾ ਫੁੱਲ ਦੇ ਦਿੱਤਾ ਕਿ ਰਾਮ ਸਿੰਘ ਕਿ ਤੈਨੂੰ ਬਖਸ਼ਿਆ ਇੱਕ ਤੋਹਫਾ ਹੈ, ਇੱਕ ਸੌਗਾਤ ਹੈ, ਗੁਲਾਬ ਦਾ ਫੁੱਲ, ਇਸ ਨੂੰ ਸੰਭਾਲ ਕੇ ਰੱਖੀ। ਇਸ ਨੂੰ ਆਮ ਸਾਧਾਰਨ ਗੁਲਾਬ ਦਾ ਫੁੱਲ ਨਾ ਸਮਝ ਲਈ। ਇਹ ਇਹੋ ਜਿਹਾ ਗੁਲਾਬ ਦਾ ਫੁੱਲ ਹੈ ਜਿਹੜਾ ਕਦੀ ਮੁਰਝਾਏਗਾ ਨਹੀਂ, ਜਿਸ ਦੀ ਖੁਸ਼ਬੂ ਕਦੀ ਖਤਮ ਨਹੀਂ ਹੋਵੇਗੀ। ਇਹ ਖੁਸ਼ਬੂ ਤੁਹਾਡੇ ਘਰ ਤੱਕ ਹੀ ਸੀਮਿਤ ਨਹੀਂ ਰਹੇਗੀ, ਤੁਹਾਡੇ ਇਲਾਕੇ ਤੱਕ ਸੀਮਿਤ ਨਹੀਂ ਰਹੇਗੀ, ਬਲਕਿ ਸੰਸਾਰ ਦੇ ਵਿੱਚ ਫੈਲੇਗੀ। ਜਦੋਂ ਘਰ ਵਿੱਚ ਬਾਲਕ ਦਾ ਜਨਮ ਹੋਇਆ ਤਾਂ ਸਰਦਾਰ ਰਾਮ ਸਿੰਘ ਜੀ ਦੇ ਉਹ ਦ੍ਰਿਸ਼ਟਾਂਤ ਅੱਖਾਂ ਸਾਹਮਣੇ ਆ ਗਿਆ। ਉਹ ਦਿਵ ਸਰੂਪ ਮਹਾਂਪੁਰਖਾਂ ਦੇ ਬਚਨ ਉਸੇ ਤਰ੍ਹਾਂ ਕੰਨਾਂ ਵਿੱਚ ਗੂੰਜਣ ਲੱਗ ਪਏ। ਉਹ ਸਮਝ ਗਏ ਕਿ ਸਾਨੂੰ ਉਹਨਾਂ ਨੇ ਗੁਲਾਬ ਦੇ ਫੁੱਲ ਦੀ ਕਿਉਂ ਬਖਸ਼ਿਸ਼ ਕੀਤੀ। ਇਹ ਉਹਨਾਂ ਦੀ ਬਖਸ਼ਿਸ਼ ਹੈ। ਨਾਮ ਆਪਣੇ ਬਾਲਕ ਦਾ ਉਹਨਾਂ ਨੇ ਗੁਲਾਬ ਸਿੰਘ ਰੱਖਿਆ। ਫਿਰ ਬਚਪਨ ਆਲੋਵਾਲ ਨਗਰ ਦੇ ਵਿੱਚ ਬਤੀਤ ਹੋਇਆ।
ਇਉਂ ਸਰਦਾਰ ਰਾਮ ਸਿੰਘ ਜੀ ਗਾਏ ਬਗਾਏ ਕਈ ਵਾਰ ਇੱਥੋਂ ਨਜ਼ਦੀਕ ਇੱਕ ਬਦੋਸ਼ੀ ਨਗਰ ਹੈ, ਉੱਥੋਂ ਦੇ ਇੱਕ ਬੜੇ ਪ੍ਰਸਿੱਧ ਮਹਾਂਪੁਰਖ ਭਾਵੇਂ ਅਵਧੂਤ ਬਿਰਤੀ ਦੇ ਸਨ, ਬਾਬਾ ਬੀਰਮ ਦਾਸ ਜੀ। ਪਰ ਕਰਨੀ ਕਮਾਈ ਵਾਲੇ ਸਨ, ਸੇਵਾ ਵਾਲੇ ਸਨ, ਸੇਵਾ ਭਾਵਨਾ ਵਾਲੇ ਸਨ। ਛੋਟੇ ਸੰਤ ਜੀ ਬਾਬਾ ਕਿਸ਼ਨ ਸਿੰਘ ਜੀ, ਕਈ ਉਹਨਾਂ ਨੇ ਤੋਪਖਾਨੇ ਦੇ ਵਿੱਚ ਪਟਿਆਲੇ ਦੇ ਵਿੱਚ ਨੌਕਰੀ ਕੀਤੀ। ਉਸ ਸਮੇਂ ਦੇ ਵਿੱਚ ਜਿਹੜੇ ਸਾਧੂ ਸੰਤ ਸਨ ਇਲਾਕੇ ਦੇ ਵਿੱਚ, ਜਿਨ੍ਹਾਂ ਦੀ ਪ੍ਰਸਿੱਧੀ ਹੁੰਦੀ ਸੀ, ਤੇ ਕਈ ਵਾਰ ਉਹਨਾਂ ਦਾ ਜ਼ਿਕਰ ਕਰਿਆ ਕਰਦੇ। ਬਾਬੇ ਧਿਆਨੇ ਦੀ ਬਾਬਤ ਸੰਤ ਜੀ ਮਹਾਰਾਜ ਬੜੇ ਬਚਨ ਸੁਣਾਇਆ ਕਰਦੇ। ਇਸੇ ਤਰ੍ਹਾਂ ਪਟਿਆਲੇ ਹੋਰ ਮਹਾਂਪੁਰਖਾਂ ਦਾ ਡੇਰਾ ਸੀ ਉਸ ਸਮੇਂ, ਬਾਬਾ ਜੱਸਾ ਸਿੰਘ ਕਰਕੇ। ਉਹ ਭਾਵੇਂ ਇਸਤਰੀ ਦੇ ਜਾਮੇ ਵਿੱਚ ਸਨ, ਪਰ ਜੱਸਾ ਸਿੰਘ ਕਰਕੇ ਹੀ ਉਹਨਾਂ ਦਾ ਨਾਮ ਮਸ਼ਹੂਰ ਸੀ। ਉਹਨਾਂ ਦੀ ਪ੍ਰਸਿੱਧੀ ਜੱਸਾ ਸਿੰਘ ਕਰਕੇ ਸੀ। ਉਹਨਾਂ ਦੇ ਬੜੇ ਬਚਨ ਸੁਣਾਇਆ ਕਰਦੇ। ਇਹ ਤੇਰੇ ਬਦੋਸ਼ੀ ਵਾਲੇ ਮਹਾਂਪੁਰਸ਼ਾਂ ਦੇ ਵੀ ਕਈ ਵਾਰ ਛੁੱਟੀ ਵਾਲੇ ਦਿਨ ਆਪ ਹੋਰ ਫੌਜੀ ਸਿੰਘਾਂ ਸਮੇਤ ਬਦੋਸ਼ੀ ਨਗਰ ਚਲ ਜਾਂਦੇ, ਉੱਥੇ ਮਹਾਂਪੁਰਸ਼ਾਂ ਦੀ ਸੇਵਾ ਕਰਦੇ, ਸਥਾਨ ਦੀ ਸੇਵਾ ਕਰਦੇ। ਤਾਂ ਇਹਨਾਂ ਮਹਾਂਪੁਰਖਾਂ ਦੀ ਆਪਣੇ ਸਮੇਂ ਵਿੱਚ ਬੜੀ ਪ੍ਰਸਿੱਧੀ ਸੀ। ਬਾਬਾ ਬੀਰਮ ਦਾਸ ਜੀ ਦੀ, ਬਾਬਾ ਬੀਰਮ ਦਾਸ ਜੀ ਸਿੱਖ ਜਗਤ ਦੀ ਉਹ ਹਸਤੀ ਸਨ ਜਿਨ੍ਹਾਂ ਪਾਸੋਂ ਆਸ਼ੀਰਵਾਦ ਲੈ ਕੇ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲਿਆਂ ਨੇ ਗੁਰੂ ਘਰ ਦੇ ਵਿੱਚ ਕਾਰ ਸੇਵਾ ਦੀ ਰਵਾਇਤ ਪ੍ਰਚਲਿਤ ਕੀਤੀ। ਜਿਹੜੀ ਕਾਰ ਸੇਵਾ ਵਾਲੇ ਮਹਾਂਪੁਰਖ ਸਨ, ਸਮਝ ਲਓ ਉਹ ਸੰਪਰਦਾਇ ਦੇ ਬਾਨੀ ਸਨ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ। ਔਰ ਬਾਬਾ ਗੁਰਮੁਖ ਸਿੰਘ ਜੀ ਨੂੰ ਆਸ਼ੀਰਵਾਦ ਸੀਗਾ ਬਾਬਾ ਬੀਰਮ ਦਾਸ ਜੀ ਦਾ। ਤਾਂ ਸਰਦਾਰ ਰਾਮ ਸਿੰਘ ਜੀ ਕਈ ਵਾਰ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕਰਨ ਜਾਇਆ ਕਰਦੇ। ਅੱਜ ਵੀ ਆਪਣੇ ਪਰਿਵਾਰ ਸਮੇਤ ਬਦੋਸ਼ੀ ਨਗਰ ਪਹੁੰਚੇ। ਉਹਨਾਂ ਮਹਾਂਪੁਰਖਾਂ ਦੀ ਰੁੱਖੜ ਜੀ ਬਿਰਤੀ ਸੀ। ਤਾਂ ਉਹ ਸਾਧ ਸੰਗਤ, ਵੈਸੇ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਸੰਤ, ਜਿਸ ਤਰ੍ਹਾਂ ਸਾਹਿਬ ਗੁਰੂ ਕਲਗੀਧਰ ਮਹਾਰਾਜ ਨੇ ਬਚਨ ਕੀਤੇ ਹਨ, ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰੇ ਕਰ ਜੋਗ ਜਤੀ ਕੇ, ਸੂਰ ਸਰਾਰਦਨ ਸੁਧ ਸਿਧਾਦਿਕ ਸੰਤ ਸਮੂਹ ਅਨੇਕ ਮਤੀ ਕੇ, सारे ही देश को देख रहे मत को न देखेत प्राण पति के, श्री भगवान की पाई कृपा हो ते एक रत्ती बिन एक रत्ती के। इत्थे भावें संदर्भ ते हो रहा है, पर गुरु कलगीधर पातशाह ने बयान किया है भी भावें किहो जिहा भी भेख होवे, किहो जिहा भी फिरका होवे, किहो जिहा भी लिबास होवे, जिहदे हिरदे अंदर परमात्मा का भाव प्रेम है, जिहड़े इस प्रेम के मार्ग उपर चले, जिन्हें वाहिगुरू का रस्ता अख्तियार किया है, उन्होंने तो साच कहो सुन लियो सबै जिन प्रेम कियो तिन ही प्रभ पायो। पर जे हिरदे अंदर उस परमात्मा का अकाल पुरख का वाहिगुरू का प्रेम नहीं, उहदे कृपा के पात्र नहीं बने, उन्होंने लिबास का उन्होंने फिरके का मुल की है? श्री भगवान की पाई कृपा हो एक रत्ती बिन एक रत्ती के, श्री भगवान की पाई कृपा हो तो एक रत्ती बिन एक रत्ती के। रतन नाम भी प्रेम का है। ये हिरदे अंदर उस परमात्मा का प्रेम ही नहीं, उन्होंने रत्ती मात्र भी जे मुल नहीं, एक रत्ती बिन एक रत्ती के। और जिहड़ी दूसरी पंक्ति है इस सवैये की, उसका दूसरा चरण संत समूह अनेक मती के। एक आम प्रचलित कहावत बन गई है कि साधु अनेका भेखां दे हुंदे हन, अनेका मतां दे हुंदे हन, अनेका फिरकियां दे हुंदे हन, दाने भी हुंदे हन, दीवाने भी हुंदे हन, मस्ताने भी हन। किसी ने किहो जिहा लिबास धारण किया है, कोई संसार का भ्रमण करने वाला है, कोई जटावां वाला है, कोई एक थां बैठ के जप तप करने वाला है, कई उखड़ बिरती दे ने, और कई संसार दे नाल बड़े तकीदे दे नाल
ਲਿਆਕਤ ਦੇ ਨਾਲ ਪੇਸ਼ ਹੋਣ ਵਾਲੇ ਦਾਨੇ ਮਹਾਂਪੁਰਖ। ਉਹ ਮਸਤਾਨੀ ਬਿਰਤੀ ਦੇ ਮਹਾਂਪੁਰਖ ਸਨ। ਦੁਨੀਆ ਦੇ ਬੜੇ ਪਾਤਸ਼ਾਹ ਦੀ ਉਹਨਾਂ ਨੂੰ ਪਰਵਾਹ ਨਹੀਂ ਸੀ। ਰੰਗ ਹੱਸੇ ਰੰਗ ਰੋਵੇ ਚੁੱਪ ਵੀ ਘਰ ਜਾਹੇ, ਪਰਵਾਹ ਨਹੀਂ ਕਿਸੇ ਕੇਰੀ ਬਾਤ ਸੱਚੇ ਨਾ। ਕਿਸੇ ਦੀ ਪਰਵਾਹ ਨਹੀਂ ਹੁੰਦੀ ਇਹੋ ਜਿਹੇ ਮਹਾਂਪੁਰਖਾਂ ਨੂੰ। ਹੋਰ ਕਿਸੇ ਦੀ ਪਰਵਾਹ ਨਹੀਂ ਕਰਦੇ, ਪਰਵਾਹ ਕਰਦੇ ਨੇ ਸਿਰਫ ਇੱਕ ਦੀ, ਉਸ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੀ। ਬਾਤ ਸੱਚੇ ਨਾ, ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਤੋਂ ਸਿਵਾਏ ਉਹ ਹੋਰ ਕਿਸੇ ਬੜੇ ਪਾਤਸ਼ਾਹ ਦੀ ਘਨੌਟ ਨਹੀਂ ਚੱਲਦੇ। ਬੇਪਰਵਾਹ ਸਦਾ ਹਰ ਰੰਗ ਕੇ ਜਾਕੋ ਪਾਕ ਸੋਮ। ਤੇ ਸਾਧ ਸੰਗਤ, ਇੱਕ ਤੇ ਉਹ ਨੇ ਜਿਹੜੇ ਦਿਖਾਵੇ ਮਾਤਰ ਵਾਲੇ ਨੇ, ਜਿਹੜੇ ਰੇਸ਼ਮ ਵਰਗੇ ਪ੍ਰਤੀਤ ਹੁੰਦੇ ਨੇ ਪਰ ਅੰਦਰੋਂ ਹੁੰਦੇ ਨੇ ਬਿਲਕੁਲ ਸੜੇ ਹੋਏ ਲੋਗੜ। ਔਰ ਦੂਸਰੇ ਪਾਸੇ ਜਿਹੜੇ ਬਾਹਰੋਂ ਦੇਖਣ ਨੂੰ ਤੇ ਬੜੇ ਉਖੜ ਜਿਹੀ ਬਿਰਤੀ ਵਾਲੇ ਹੁੰਦੇ ਨੇ ਪਰ ਅੰਦਰੋਂ ਹੋਇਆ ਕਰਦੇ ਨੇ ਨਿਰੇ ਰੇਸ਼ਮ, ਅੰਦਰੋਂ ਹੋਇਆ ਕਰਦੇ ਨੇ ਬਿਲਕੁਲ ਦਾਨੇ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿਨ ਨੇਹੋਂ ਲੱਗਾ ਰੱਬ ਸੇਤੀ ਦੇਖਨੇ ਵਿਚਾਰ। ਉਹਨਾਂ ਦਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਪਿਆਰ ਹੁੰਦਾ ਹੈ ਔਰ ਮਨ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਸਿੱਧ ਹੁੰਦੀ ਹੈ। ਭਉ ਤੇਰਾ ਭਾਂ ਖਲੜੀ ਮੇਰਾ ਚੇਤ, ਮੈਂ ਦੀਵਾਨਾ ਭਇਆ ਅਤੀਤ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰਮਾਗੋ ਨੀਤਾ ਨੀਤ। ਤੋ ਦਰਸ਼ਨ ਕੀ ਕਰੋ ਸਮਾਏ, ਮੈਂ ਮੰਗਤ ਭੀਖਿਆ। ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਪਿਆਸ ਰੱਖਦੇ ਨੇ ਹਿਰਦੇ ਵਿੱਚ। ਇੱਕ ਘੜੀ ਦਿਨਸ ਮੋਕੋ ਬਹੁਤ ਪਿਆਰੇ, ਇੱਕ ਘੜੀ ਦਿਨਸ ਮੋਕੋ ਬਹੁਤ ਦਿਹਾਰੇ। ਮਨ ਨ ਰਹਿ ਕੈਸੇ ਮਿਲੋ ਪਿਆਰੇ, ਇੱਕ ਪਲ ਦਿਨਸ ਮੋਕੋ ਕਬਹੁ ਨ ਬਿਹਾਵੇ। ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰਹਿ ਮਿਲਾਵੇ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨੇਹੋਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ, ਕਦੇ ਆਪਣੀ ਮੌਜ ਵਿੱਚ ਆ ਕੇ ਹੱਸਣ ਵੀ ਲੱਗ ਪੈਂਦੇ ਨੇ। ਕਈ ਵਾਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿਰਾਗ ਦੇ ਵਿੱਚ ਰੋਣ ਵੀ ਲੱਗ ਪੈਂਦੇ ਨੇ। ਰੰਗ ਹੱਸੈ, ਉਹਦੇ ਪਿਆਰ ਵਿੱਚ ਹੀ ਹੱਸਦੇ ਨੇ, ਉਹਦੇ ਪਿਆਰ ਵਿੱਚ ਹੀ ਰੋਂਦੇ ਨੇ। ਉਹਦੇ ਰੰਗ ਰੋਵੇ, ਕਦੇ ਆਪਣੀ ਮੌਜ ਦੇ ਵਿੱਚ ਚੁੱਪ ਵੀ ਧਾਰਨ ਕਰ ਲੈਂਦੇ ਨੇ। ਚੁੱਪ ਵੀ ਕਰ ਜਾਹੇ, ਉਹਨਾਂ ਦਾ ਵਾਸਤਾ ਕੇਵਲ ਪਰਮਾਤਮਾ ਦੇ ਨਾਲ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਹੁੰਦਾ ਹੈ। ਦੁਨੀਆ ਦੇ ਨਾਲ ਨਹੀਂ, ਦੁਨੀਆਦਾਰਾਂ ਦੇ ਨਾਲ ਨਹੀਂ। ਹੋਰ ਕਿਸੇ ਬੜੇ ਪਾਤਸ਼ਾਹ ਦੇ ਨਾਲ ਉਹਨਾਂ ਨੂੰ ਨਾ ਤਾਂ ਪਰਵਾਹ ਤੇ ਨਾ ਉਹਨਾਂ ਦਾ ਲਿੰਕ ਹੁੰਦਾ ਹੈ। ਰੰਗ ਹੱਸੈ ਰੰਗ ਰੋਵੇ, ਚੁੱਪ ਵੀ ਕਰ ਜਾਹੇ। ਪਰਵਾਹ ਨਾ ਹੀ ਕਿਸੇ ਕੇਰੀ, ਬਾਤ ਸੱਚੇ ਨਾਹੀਂ। ਰੰਗ ਰੋਂਦੇ ਰੰਗਾਂ ਦੇ ਵਿੱਚ ਹੱਸਦੇ, ਰੰਗ ਰੋਂਦੇ ਰੋਂਦੇ ਰੰਗਾਂ ਦੇ ਵਿੱਚ ਹੱਸਦੇ। ਪਰਵਾਹ ਨਾ ਕਿਸੇ ਦੀ ਕਰਦੇ ਸਾਧੂ, ਸਾਧੂ ਪਰਵਾਹ ਨਾ ਕਿਸੇ ਦੀ ਕਰਦੇ। ਰੰਗ ਰੋਂਦੇ ਰੰਗਾਂ ਦੇ ਵਿੱਚ ਹੱਸਦੇ। ਰੰਗ ਰੋਂਦੇ ਰੰਗਾਂ ਦੇ ਵਿੱਚ ਹੱਸਦੇ, ਰੰਗ ਰੋਂਦੇ ਰੰਗਾਂ ਦੇ ਵਿੱਚ ਹੱਸਦੇ। ਪਰਵਾਹ ਨਾ ਕਿਸੇ ਦੀ ਕਰਦੇ ਸਾਧੂ, ਸਾਧੂ ਪਰਵਾਹ ਨਾ ਕਿਸੇ ਦੀ ਕਰਦੇ। ਰੰਗ ਰੋਂਦੇ ਸਾਧੂ ਪਰਵਾਹ ਨਾ ਕਿਸੇ ਦੀ ਕਰਦੇ। ਰੰਗ ਰੋਂਦੇ ਰੰਗਾਂ ਦੇ ਵਿੱਚ ਹੱਸਦੇ, ਰੰਗ ਰੋਂਦੇ ਰੰਗਾਂ ਦੇ ਵਿੱਚ ਹੱਸਦੇ। ਰੰਗ ਰੋਂਦੇ ਰੰਗ ਰੋਂਦੇ ਰੰਗਾਂ ਦੇ ਵਿੱਚ ਹੱਸਦੇ। ਰੰਗ
ਰੰਗ ਰੋਂਦੇ ਰੰਗਾਂ ਦੇ ਵਿੱਚ ਹੱਸਦੇ ਰੰਗ ਰੋਂਦੇ। ਰੰਗ ਰੋਂਦੇ ਰੰਗਾਂ ਦੇ ਵਿੱਚ ਹੱਸਦੇ ਰੰਗ ਰੋਂਦੇ। ਰੰਗ ਰੋਂਦੇ ਰੰਗਾਂ ਦੇ ਵਿੱਚ ਹੱਸਦੇ ਪ੍ਰਵਾਹ ਨਾ ਕਿਸੇ ਦੀ ਕਰਦੇ ਸਾਧੂ ਸਾਧੂ ਪ੍ਰਵਾਹ ਨਾ ਕਿਸੇ ਦੀ ਕਰਦੇ ਰੰਗ ਰੋਂਦੇ। ਰੰਗ ਰੋਂਦੇ ਰੰਗਾਂ ਦੇ ਵਿੱਚ ਹੱਸਦੇ ਰੰਗ ਰੋਂਦੇ। ਹੱਸਦੇ ਪ੍ਰਵਾਹ ਨਾ ਕਿਸੇ ਦੀ ਕਰਦੇ ਸਾਧੂ ਸਾਧੂ ਪ੍ਰਵਾਹ ਨਾ ਕਿਸੇ ਦੀ ਕਰਦੇ ਰੰਗ ਰੋਂਦੇ। ਸਾਧ ਸੰਗਤ ਐਸੀ ਬਿਰਤੀ ਵਾਲੇ ਮਹਾਂਪੁਰਖ ਸਨ। ਸਰਦਾਰ ਰਾਮ ਸਿੰਘ ਜੀ ਆਪਣੇ ਪਰਿਵਾਰ ਨਾਲ ਉਹਨਾਂ ਕੋਲ ਪਹੁੰਚੇ। ਮਨ ਵਿੱਚ ਖਿਆਲ ਆਇਆ ਕਿ ਪਹਿਲਾਂ ਆਪ ਜਾ ਕੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਨਮਸਕਾਰ ਕਰਾਂ। ਜੇ ਤਾਂ ਉਹਨਾਂ ਦਾ ਸੁਭਾਅ ਹੋਇਆ ਅਨੁਕੂਲ, ਉਹਨਾਂ ਨੇ ਆਗਿਆ ਦੇ ਦਿੱਤੀ, ਫਿਰ ਤੇ ਆਪਣੇ ਪਰਿਵਾਰ ਨੂੰ ਬੁਲਾ ਲਵਾਂਗਾ। ਔਰ ਜੇ ਉਹਨਾਂ ਦਾ ਸੁਭਾਅ ਅਨੁਕੂਲ ਨਾ ਹੋਇਆ, ਫਿਰ ਪਿੱਛੇ ਹੀ ਉਹਨਾਂ ਨੂੰ ਵਰਜ ਦੇਵਾਂਗਾ। ਖੈਰ, ਜਦੋਂ ਜਾ ਕੇ ਸਰਦਾਰ ਰਾਮ ਸਿੰਘ ਜੀ ਨੇ ਉਹਨਾਂ ਵਿਦੋਸ਼ੀ ਵਾਲੇ ਮਹਾਂਪੁਰਖਾਂ ਨਾਲ ਗੱਲ ਕੀਤੀ, ਮਿਲੇ ਉਹਨਾਂ ਨੂੰ ਜਾ ਕੇ। ਉਹਨਾਂ ਮਹਾਂਪੁਰਖਾਂ ਨੇ ਖੇਮ ਕੁਸ਼ਲ ਪੁੱਛੀ ਕਿ ਲੰਬਰਦਾਰਾ ਕਿਵੇਂ ਆਇਆ। ਥੋੜੀ ਵੇਥ ਤੇ ਸੰਤ ਜੀ ਮਹਾਰਾਜ ਜੀ ਦੇ ਮਾਤਾ ਰਤਨ ਕੌਰ ਜੀ ਔਰ ਆਪ ਬੈਠੇ ਸਨ। ਸਰਦਾਰ ਰਾਮ ਸਿੰਘ ਜੀ ਨੇ ਜਦੋਂ ਬੇਨਤੀ ਕੀਤੀ ਕਿ ਮੈਂ ਆਪ ਜੀ ਦੇ ਦਰਸ਼ਨਾਂ ਵਾਸਤੇ ਆਇਆ ਹਾਂ, ਕਹਿਣ ਲੱਗੇ ਨਾਲ ਕੌਣ ਹੈ। ਮਹਾਂਪੁਰਖੋਂ ਨਾਲ ਮੇਰੀ ਅਰਧੰਗਨੀ ਹੈ, ਮੇਰੀ ਸੁਪਤਨੀ ਹੈ, ਕੋਈ ਹੋਰ ਵੀ ਹੋਵੇਗਾ। ਉਹ ਸਾਹਮਣੇ ਕੌਣ ਬੈਠਾ ਹੈ। ਮਹਾਂਪੁਰਖਾਂ ਵੱਲ ਇਸ਼ਾਰਾ ਕਰਕੇ ਕਹਿੰਦੇ ਉਹ ਕੌਣ ਬੈਠਾ ਹੈ। ਕਹਿੰਦੇ ਮਹਾਰਾਜ ਇਹ ਆਪ ਦੀ ਬਖਸ਼ੀ ਦਾਤ ਹੈ, ਮੇਰਾ ਭਜੰਗੀ ਹੈ ਗੁਲਾਬ ਸਿੰਘ। ਸਾਧ ਸੰਗਤ ਮਹਾਂਪੁਰਖ ਆਖਣ ਲੱਗੇ ਕਿ ਰਾਮ ਸਿੰਘ ਤੋਂ ਇਸੇ ਭੁਲੇਖੇ ਵਿੱਚ ਹੀ ਰਹਿਣਾ ਹੈ, ਇਸ ਨੂੰ ਆਪਣੇ ਪੁੱਤਰ ਨਾਲ ਨਾ ਸਮਝੀ। ਇਸ ਕੋਈ ਸਾਧਾਰਨ ਨਹੀਂ ਹੈ, ਸਾਧਾਰਨ ਪੁੱਤਰ ਨਹੀਂ ਹੈ। ਇਹ ਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਵੱਲੋਂ ਵਰਸਾਏ ਗਏ ਹਨ, ਜੋ ਕਿ ਸੰਸਾਰ ਵਿੱਚ ਖੁਸ਼ਬੂ ਫੈਲਾਉਣ ਲਈ ਆਇਆ ਹੈ। ਸੰਸਾਰ ਇਸ ਦੇ ਦਰਸ਼ਨਾਂ ਵਾਸਤੇ ਸਮਾਂ ਲਏਗਾ। ਤੈਨੂੰ ਪਤਾ ਨਹੀਂ ਇਹ ਕੌਣ ਹੈ। ਸਮਾਂ ਆਉਣ ਤੇ ਤੈਨੂੰ ਕੀ ਸਾਰੇ ਸੰਸਾਰ ਨੂੰ ਪਤਾ ਲੱਗ ਜਾਏਗਾ। ਤਾਂ ਸਾਧ ਸੰਗਤ ਦੇਖੋ, ਪਰਖ ਹੁੰਦੀ ਹੈ ਹੀਰੇ ਦੀ ਜੋਰੀ ਨੂੰ। ਪੱਖਾ ਉਧਰ ਲਾ ਲਾ, ਪੱਖਾ ਉਧਰ ਲਾ ਲਾ। ਜੋ ਆਪਣੇ ਸਾਹਮਣੇ ਕੋਈ ਕੀਮਤੀ ਹੀਰਾ ਰੱਖ ਦੇਵੇ, ਭਾਵੇਂ ਪੱਥਰ ਦਾ ਆਪਣੇ ਲਈ ਤਾਂ ਪੱਥਰ ਦਾ ਟੁਕੜਾ ਹੀ ਹੁੰਦਾ ਹੈ। ਕਈ ਵਾਰੀ ਆਪਾਂ ਪ੍ਰਸੰਗ ਸੁਣਿਆ, ਆਪਣੇ ਕੀਰਤਨ ਵਖਿਆਨ ਦੌਰਾਨ ਵੱਡੇ ਸੰਤ ਜੀ ਮਹਾਰਾਜ ਇਹ ਪ੍ਰਸੰਗ ਸੁਣਾਇਆ ਕਰਦੇ। ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਪਟਨੇ ਸ਼ਹਿਰ ਵਿੱਚ ਪਹੁੰਚੇ, ਬਾਹਰ ਬੈਠੇ, ਤਾਂ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਇੱਕ ਲਾਲ ਦੇ ਕੇ ਸ਼ਹਿਰ ਵੱਲ ਭੇਜਿਆ। ਲੈ ਮਰਦਾਨਿਆ, ਇਹ ਵਸਤੂ ਲੈ ਜਾ, ਤੂੰ ਬਾਰ-ਬਾਰ ਕਹਿ ਰਿਹਾ ਤੈਨੂੰ ਭੁੱਖ ਲੱਗੀ ਹੈ, ਇਹਦੇ ਬਦਲੇ ਜੋ ਕੁਝ ਮਿਲੇ ਖਾ ਲਈ, ਔਰ ਜੇ ਇਹਦੇ ਵਿੱਚੋਂ ਕੋਈ ਬਾਕੀ ਮੁੜੂ ਤੇ ਵਾਪਸ ਲੈ। ਮਰਦਾਨਾ ਵਿਚਾਰਾ ਰੋਈਆਂ ਵਿੱਚ ਰਹਿਣ ਵਾਲਾ, ਉਹਨੂੰ ਕੀ ਪਤਾ ਹੈ ਕਿ ਹੀਰੇ ਲਾਲ ਕਿਸ ਬਲਾ ਨੂੰ ਕਹਿੰਦੇ ਨੇ। ਸ਼ਹਿਰ ਵਿੱਚ ਚਲਿਆ ਗਿਆ। ਇੱਕ ਸਬਜ਼ੀ ਫਰੋਸ਼ ਨੇ ਉਸ ਹੀਰੇ ਦੀ ਕੀਮਤ ਪਾਈ, ਬੜੇ ਕੀਮਤੀ ਲਾਲ ਦਾ ਮੁੱਲ ਸਿਰਫ 4 ਮੂਲੀਆਂ।
एक हलवाई ने एक अध सेर मठियाई, एक खद्दर फरोश बाजार ने सिर्फ 2 गज खद्दर। उन्होंने वास्ते हीरे दा बस यही मुल है। पर जदों मरदाना एक जोहरी दे पास गया तो हाशश कर उठा हीरे ने देख के। इन्हें उस हीरे की दर्शनी भेंट ही 100 रुपये दे दी भाई मरदाने ने कि बाबा जी ये तो है दर्शनी भेटा, तुसी इसकी कीमत पुछ रहे हो। मैं इसदा कीमत कला नहीं दस सकदा, असी सारे जोरी विचार करांगे, शाही जोरियां नूं भी बुलावांगे, असी प्राइवेट जोरी भी होवांगे, फिर इस दे मुल दा अंदाज़ा लगाया जाएगा। हाँ, जिन्हां नूं कदर ही नहीं कि साध संगत उन्हां वास्ते एक पत्थर का टुकड़ा है। कोई कहता है मैनूं अपनी तकड़ी की कुंडी नाल बन लवांगा, कोई कहता बच्चे तड़ागी च पवा देंगा, कोई कहता वेखण नूं सोहना लगदा अपने पास एक बतौर एक डेकोरेशन पीस रख लेंगा, घरे सजा लवांगा। पर जिन्हों कदर है वह 100 रुपये दर्शनी भेटा दे रहा है और मुल्ल की बाबत कह रहा है कि इहदा कोई अंदाज़ा ही नहीं लगाया जा सकता। सो साध संगत जिन्नी देर तक परखी नहीं, फिर उन्नी देर तक कीमत का अंदाज़ा भी नहीं लगाया जा सकता। अपने वास्ते महापुरख सदा ही साधारण हस्ती होया करते हैं। बहुत सारे लोग कहते हैं वधिया इंसान ने, कई तो ये गल कहते हैं कि वेलड़ ने, पखंडी ने, लोगों लुट लुट के खा रहे हैं। पर जिन्होंने कदर है वो की कहते हैं बई इन्हां दे विच और परमात्मा दे विच कोई भेद नहीं है। हर का सेवक सो हर जिहा, भेद ना जानो मानस देहा। हाँ, जिन्होंने कदर सी कह लगे राम सिया तो इसनों अज समझ नहीं सकता कौन है। वक्त आवेगा तैनू भी और संसार में पता लग जाएगा कि साध तो लोग सानू भी कह देंगे ने कि इहो जे साध इहो जे संत होवेगा, इहदा जीवन होरां वास्ते आदर्शक जीवन होएगा। सो साध संगत महापुरखों नूं ब्रह्म ज्ञानी की मित ब्रह्म ज्ञानी जाने, ब्रह्म ज्ञानी की मित कौन बखाने, ब्रह्म ज्ञानी की गत ब्रह्म ज्ञानी जाने। ब्रह्म ज्ञानी की गल ब्रह्म ज्ञानी ही जान सकता है। प्रभ जी बस है साध की रसना, साधुओं के जुबान दे पर प्रभु आप वसदा है, उन्होंने बोल अटल नहीं होया करते। माई सत 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 हर सत 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 साधा, बचन गुरु जो पूरा कहो मैं छीके गांठरी बाधा। निस बसरा नक्षत्र बिनासी, रव ससियर बिनाथा। गिर बसुदा जल पवन जाएगो, एक साध बचन अटलाता। उन्हों का बचन अटल होंगे हैं। ये नहीं कि आप जिमें कि सोचते हैं कि सारे साधु कोई भी साढ़े वर्गा चोले पा के कुर्ते पा के कीर्तन करी जाता, ढोल के खड़काई जाता तो इन्हों के बचन अटल होंगे नहीं। साध संगत तो कोई कोई विरला विरला होंगे, और वो भी हर एक बार नहीं। जो कई बार कहते कुदरती रब वालों कोई अपने साडे ब्रेन वालों एक मैसेज जो साडी जुबान ते हुंदा वा, वो मैसेज बाहर हुंदा वा, तो फिर वो सच हुंदा वा। सुर नर मंजन अमृत खोजदे, सो अमृत गुर ते पाया। वो अमृत उन्हां दी जुबान ते हुंदा है। उन्हां दा बचन नहीं अटल, उन्होंने बचन नहीं कदे टल, अटल बचन होंगे। भावे चंद्रमा नास हो जावे, साधुआं दा बोल ना टले। भावे चंद्रमा नास हो जावे, साधुआं दा बोल ना टले।
भावे चंद्रमा नास हो जावे, साधुआं दा बोल ना टले। भावे चंद्रमा नास हो, साधुआं दा बोल ना टले। मेरे प्यारे साधुआं दा बोल ना टले, मेरे प्यारे साधुआं दा बोल ना टले। वाह 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 साधुआं दा बोल ना टले, वाह 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 साधुआं दा बोल ना टले। भावे चंद्रमा नास हो जावे, साधुआं दा बोल ना टले। भावे चंद्रमा नास हो जावे, साधुआं दा बोल ना टले। भावे चंद्रमा नास हो जावे, साधुआं दा बोल ना टले। भावे चंद्रमा नास हो जावे, साधुआं दा बोल ना टले। निस्बासुर नक्षत्र विनाशी, रव शशिर बिना था। गिर बसुधा जल पवन जाएगो, एक साध बचन अटला था। खैर साध संगत, उन्होंने महापुरखा ने बचन कर दिते। बचपन आपने अपने जन्म नगर दे विच बतीत किया। प्राइमरी तक की जिहड़ी विद्या सी वो आलोवाल के नज़दीक जलेला नगर नहर, 5वीं तक उत्थे पढ़े। फिर अगे पटियाले मॉडल स्कूल दे विच उन्होंने मैट्रिक तक की तालीम हासिल की। फिर उत्थों ही आप लगन लगी, शौक जागया, क्योंकि संस्कार तो पहले ही प्रबल सन। सो आप अपने साथियों नाल रोज मैदान दे विच हॉकी खेडदे। हॉकी खेडण वास्ते कई बार महापुरखा सिंह सन, वो भी उन्हां दी भी टीम सी, वो भी आ जांदी, उन्हां नाल प्रैक्टिस करदे। जिहड़े तोपखाने वाले फौजी सन, ज़्यादातर संत बाबा अतर सिंह जी महाराज रेरू साहब वालियां दे संगी सन। जिवें छोटे संत जी महाराज ये भी उस वेले पटियाले तोपखाने दे विच भर्ती सन। और ये जिहड़े तोपखाने दे विच फौजी सन, उन्हां दा इक कीर्तनी जत्था भी सी, जिहड़ा तोपखाने दा गुरुद्वारा साहब सी, उत्थे रोज़ाना गुरबाणी पढ़िया करदे, कीर्तन करिया करदे। सो आप नूं भी इउं लगन लग गई। रोज़ाना जाके रहिंदे भी पटियाले सन उदों तां, उत्थे जाके कीर्तन दी हाज़रियां भरदे, नाल चिमटा वजाया करदे, कीर्तन गाया करदे। और फिर उन्हां दी बदौलत ही सबब बन गया रेरू साहब महापुरखों के चरणों में जाण दा।
संत जी महाराज जी दे ਜਿਹੜੇ ਭੂਆ ਦੇ ਪੁੱਤਰ ਗਾਰਡੀਅਨ ਸਾਹਿਬ ਸਨ, ਉਹ ਵੀ ਵੱਡੇ ਮਹਾਂਪੁਰਖਾਂ ਦੇ ਸੰਗੀ ਸਨ। ਉਹਨਾਂ ਨੇ ਵੀ ਹਮੇਸ਼ਾ ਪ੍ਰੇਰਨਾ ਮਹਾਂਪੁਰਖਾਂ ਦੀ ਸੰਗਤ ਕਰਨ ਵਾਸਤੇ। ਉਹਨਾਂ ਦਾ ਸਾਥੀ ਸੀ ਹੀਰਾ ਸਿੰਘ, ਜਿਨ੍ਹਾਂ ਸੰਤ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ, ਬਾਬਾ ਹੀਰਾ ਸਿੰਘ ਜੀ ਥਾਣੇਦਾਰ। ਉਵੇਂ ਸੁਭਾਅ ਦੇ ਥੋੜ੍ਹੇ ਕੋੜੇ ਸਨ, ਕਿਉਂਕਿ ਪੁਲਿਸ ਦੀ ਨੌਕਰੀ ਕਰਦੇ ਸਨ, ਡਿਊਟੀ ਬੜੀ ਸਖਤ ਸੀ। ਫਿਰ ਸਖਤੀ ਨਾਲ ਆਉਣਾ ਪੈਂਦਾ ਸੀਗਾ, ਸਾਰਿਆਂ ਨਾਲ ਸਖਤੀ ਨਾਲ ਕੰਮ ਕਰਨਾ ਪੈਂਦਾ ਸੀਗਾ, ਢਿੱਲ ਨਾਲ ਕੰਮ ਨਹੀਂ ਸੀ ਚੱਲਦਾ। ਫਿਰ ਸਭ ਤੋਂ ਪਹਿਲਾਂ ਆਪ ਬਾਬਾ ਹੀਰਾ ਸਿੰਘ ਜੀ ਦੇ ਨਾਲ ਗਾਰਡੀਅਨ ਸਾਹਿਬ ਦੇ ਪ੍ਰੇਰਨ ਤੋਂ ਰੇਰੂ ਸਾਹਿਬ ਗਏ ਮਹਾਂਪੁਰਖਾਂ ਦੇ ਦਰਸ਼ਨ ਵਾਸਤੇ। ਔਰ ਪਹਿਲੇ ਦਿਨ ਹੀ ਜਦੋਂ ਜਾ ਕੇ ਨਮਸਕਾਰ ਕੀਤੀ ਨਾ, ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਪਹਿਲਾਂ ਤੇ ਬਾਬਾ ਹੀਰਾ ਸਿੰਘ ਜੀ ਨੂੰ ਮੁਖਾਤਬ ਹੋ ਕੇ ਕਹਿੰਦੇ ਕਿ ਹੀਰਾ ਸਿਆਂ, ਤੈਨੂੰ ਤਾਂ ਛੁੱਟੀ ਹੋ ਗਈ ਅੱਜ ਐਤਵਾਰ ਦੀ, ਤਾਂ ਤੂੰ ਆਏਗਾ। ਇਹਨੂੰ ਭਜੰਗੀ ਨੂੰ ਤੇ ਖੁੱਲੀਆਂ ਛੁੱਟੀਆਂ ਹੋਣਗੀਆਂ। ਇਹ ਬਾਬਾ ਹੀਰਾ ਸਿੰਘ ਜੀ ਦੇ ਆਪ ਦੱਸਣ ਦੀ ਗੱਲ ਹੈ। ਕਹਿੰਦੇ ਜਿਹੜਾ ਉਹਨਾਂ ਦਾ ਇਸ਼ਾਰਾ ਸੀ, ਮੈਂ ਵਿਅੰਗ ਵਚਨ ਸਮਝ ਨਹੀਂ ਸਕਿਆ। ਮਨ ਵਿੱਚ ਖਿਆਲ ਆਇਆ ਕਿ ਗਰਮੀ ਦੀਆਂ ਛੁੱਟੀਆਂ ਨੇ, ਬੱਚਿਆਂ ਨੂੰ ਇਹਨਾਂ ਦਿਨਾਂ ਛੁੱਟੀਆਂ ਹੁੰਦੇ ਨੇ, ਪਤਾ ਹੀ ਹੁੰਦਾ ਮਹਾਂਪੁਰਖਾਂ ਨੂੰ। ਕਹਿਣ ਲੱਗੇ, ਹਾਂ ਮਹਾਰਾਜ ਜੀ, ਇਹਨਾਂ ਦੀਆਂ ਛੁੱਟੀਆਂ ਨੇ ਤਕਰੀਬਨ 2-2.5 ਮਹੀਨੇ ਦੀ। ਇਹਦੀ ਇੱਛਾ ਹੈ ਕਿ ਛੁੱਟੀਆਂ ਇੱਥੇ ਹੀ ਰਹਿ ਕੇ ਆਪ ਦੇ ਇਸ ਪਾਵਨ ਪਵਿੱਤਰ ਸਥਾਨ ਦੀ ਸੇਵਾ ਕਰੇ। ਪਹਿਲਾ ਬਚਨ ਸੰਤ ਬਾਬਾ ਅਤਰ ਸਿੰਘ ਜੀ ਨੇ ਵੱਡੇ ਮਹਾਰਾਜ ਜੀ ਨੂੰ ਮੁਖਾਤਬ ਹੋ ਕੇ ਕਿਹਾ ਕਿ ਅੰਮ੍ਰਿਤ ਛਕਿਆ। ਆਪਨੇ ਬੇਨਤੀ ਕੀਤੀ ਕਿ ਮਹਾਰਾਜ ਹਾਲੇ ਤੱਕ ਇਹ ਦਾਤ ਪ੍ਰਾਪਤ ਨਹੀਂ ਕੀਤੀ। ਸੰਤ ਜੀ ਕਹਿੰਦੇ ਕਿ ਭਾਈ ਇਹ ਗੁਰੂ ਘਰ ਦੀ ਰਵਾਇਤ ਹੈ। ਸੋ ਪਹਿਲਾਂ 5 ਪਿਆਰਿਆਂ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਗੁਰੂ ਸਿੱਖ ਪਰਿਵਾਰ ਵਿੱਚ ਤੇਰਾ ਜਨਮ ਹੋਇਆ, ਹੁਣ ਤੇਰੇ ਲਈ ਅੰਮ੍ਰਿਤ ਛਕਣਾ ਲਾਜ਼ਮੀ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ੀ ਦਾਤ ਖੰਡੇ ਬਾਟੇ ਦਾ ਅੰਮ੍ਰਿਤ। ਫਿਰ ਆਪਨੇ ਹੁਕਮ ਮੰਨ ਲਿਆ। ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ, ਅਤੇ ਹੋਰ ਵੀ ਸਾਰੇ ਗੁਰੂ ਪਿਆਰਿਆਂ ਨੇ, ਬੀਬੀਆਂ ਨੇ ਅੰਮ੍ਰਿਤ ਛਕਿਆ। ਔਰ ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ ਆਪਾਂ ਜਨਮ ਦਿਹਾੜਾ ਮਨਾ ਰਹੇ ਹਾਂ ਬੜੀ ਉਤਸ਼ਾਹ ਦੇ ਨਾਲ, ਉਹਨਾਂ ਨੇ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ। ਪਹਿਲਾਂ ਮਾਤਾ ਪਿਤਾ ਦੀ ਰਕਤ ਬਿੰਦ ਤੋਂ ਜਨਮ ਹੋਇਆ ਸੀ, ਉਦੋਂ ਉਹਨਾਂ ਦਾ ਨਾਮ ਗੁਲਾਬ ਸਿੰਘ ਰੱਖਿਆ ਗਿਆ। ਫਿਰ ਗੁਰੂ ਨਾਨਕ ਦੇ ਘਰ ਵਿੱਚ ਜਨਮ ਹੋਇਆ, ਫਿਰ ਉਦੋਂ ਉਹਨਾਂ ਨੂੰ ਨਾਮ ਦੀ ਬਖਸ਼ਿਸ਼ ਹੋਈ, ਨਾਮ ਰੱਖਿਆ ਗਿਆ ਈਸ਼ਰ ਸਿੰਘ। ਗੁਲਾਬ ਸਿੰਘ ਤੋਂ ਈਸ਼ਰ ਸਿੰਘ ਸਾਜੂ। ਉਹ ਮਹਾਨ ਪਵਿੱਤਰ ਦਾਤ ਜਿਸ ਨੂੰ ਕਹਿੰਦੇ ਨੇ ਕਿ ਹਰ ਇੱਕ ਕੋਈ ਤਰਸਦਾ, ਦੇਵੀ ਦੇਵਤੇ ਵੀ ਤਰਸਦੇ ਨੇ। ਸੰਤਾਂ ਦੇ ਪ੍ਰੇਮ ਦਾ ਸਦਕਾ ਅੱਜ ਆਪ ਜੀ ਨੂੰ ਪ੍ਰਾਪਤ ਹੋ ਗਈ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਪਾਇਆ। ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ
गुर ते पाया, सो अमृत गुर ते पाया, अमृत गुर ते पाया। अमृत गुर ते पाया, अमृत गुर ते पाया, अमृत गुर ते पाया, अमृत गुर ते पाया। अमृत गुर ते पाया, अमृत गुर ते पाया, अमृत गुर ते पाया। सो अमृत गुर ते पाया, सो अमृत गुर ते पाया, अमृत गुर ते पाया, सो अमृत गुर ते पाया। अमृत गुर ते पाया, सो अमृत गुर ते पाया, अमृत गुर ते पाया, सो अमृत गुर ते पाया। ਇਉਂ ਅੰਮ੍ਰਿਤ ਛਕਿਆ, ਬਸ ਜ਼ਿੰਦਗੀ ਦਾ ਰੋਹ ਔਰ ਜੀਵਨ ਦੀ ਚਾਲ ਆਪਨੇ ਹੁਣ ਉਹ ਅਖਤਿਆਰ ਕਰ ਲਈ ਜਿਹਦੀ ਬਾਬਤ ਧੰਨ ਗੁਰੂ ਅਮਰਦਾਸ ਜੀ ਫਰਮਾਨ ਕਰਦੇ ਹਨ, ਚਾਲਾ ਨਿਰਾਲੀ ਭਗਤਾ ਕੀਰੀ ਬਿਖਮ ਮਾਰਗ ਚੱਲਣਾ। ਪ੍ਰੇਮਾ ਭਗਤੀ ਦਾ ਉਹ ਮਾਰਗ ਅਖਤਿਆਰ ਕਰ ਲਿਆ ਜਿਸ ਮਾਰਗ ਉੱਪਰ ਚੱਲਣਾ ਬੱਚਿਆਂ ਵਾਲੀ ਖੇਡ ਨਹੀਂ। सिर्फ वही चल सकता है जिसने अपना सिर तली ते रखा हो। जो तो प्रेम खेलन का चाहो, सिर तर तली गली मरी हो, भाव के अपना हंकार खत्म किया हो। इत मार्ग पैर तरीजै, सिर दीजै कान ना कीजै। हंकार अपना खत्म कर ले पर एक कोई चूं ना करे। तकरीबन 2-2.5 महीने जितने देर छुट्टियां सन, रेरू साहब रह के साहब गुरु कलगीधर पातशाह के स्थान पर रह के सेवा भी की, और जो नाल महापुरखा ने सिमरन अभ्यास दी जुगतियां दसियां, उहदा भी अभ्यास शुरू कर दिता। नाल सेवा, नाल गुरबाणी, नाल बाणी का जाप। तो जदों छुट्टियां खत्म होईयां, आप दा इरादा नहीं वापस जाने। बाकी का जीवन इन्हां महापुरखा के जीवन, बाकी का जीवन इन्हां महापुरखा के चरणों में रह के ही गुरु घर की सेवा करन दा है। पर गार्डियन साहब सरदार दलीप सिंह जी, वो गाए बगाए महापुरखों के दर्शन वास्ते आया करते। उन्होंने अंदाज़ा हो गया कि भी इन्हों का चित्त संसार तो उपराम हो गया। हुण जे वापस ना गए, 10वीं जमात की पढ़ाई है, पढ़ाई विच ही रह गई, तो इन्हों के पिता ने सरदार राम सिंह जी ने सारी जिंदगी मैनू लांभे देने हैं, ताने मारने कि तैं मेरे पुत्र नूं गुलाब सिंह नूं बिगाड़ दिता। किसी महापुरखा साध संगतां दी संगत हो जाए ना, तो लोग कहते हैं लै हुणे बिगड़ गया, घर तो जांदा लग्या। ये जदों भगत कबीर जी नूं रामानंद जी की संगत हुई, उन्होंने परमेश्वर की बंदगी, परमेश्वर के नाम का सिमरन शुरू कर दिता। बुनना तन्ना त्याग के प्रीत चरण कबीरा, जुड़ गए उस अकाल पुरख वाहिगुरू के चरणों के नाल। यो कबीर की माता नूं भी गुआढ़ियां ने कहना शुरू कर दिता कि मैं तेरा
ਪੁੱਤਰ ਹੁਣ ਵਿਗੜ ਗਿਆ, ਤੇਰੇ ਹੱਥੋਂ ਨਿਕਲ ਰਿਹਾ, ਇਸ ਨੂੰ ਸਮਝਾ, ਤੁਹਾਡੇ ਵੱਲੋਂ ਤਾਂ ਹੁਣ ਗਿਆ। ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਬੇਰ ਇਕੱਠੇ ਹੋ ਸਕਦੇ ਨੇ। ਇਸ ਨੂੰ ਵਰਜਦੇ ਮਹਾਂਪੁਰਖਾਂ ਦੇ ਸੰਗਤ ਕਰਨ, ਇਹ ਰਸਤੇ ਤੇ ਆ ਜਾਊਗਾ, ਆਪਣੀ ਲੀਕ ਤੇ ਆ ਜਾਊਗਾ। ਸਾਧ ਸੰਗਤ 1 ਦਿਨ 2 ਦਿਨ 4 ਦਿਨ ਜੋ ਲੋਕੀ ਨਾ ਹਟੇ ਤਾਂ ਅਖੀਰ ਕਬੀਰ ਜੀ ਕਹਿਣ ਲੱਗੇ, ਦੁਨੀਆ ਦੇ ਲੋਗੋ ਸੱਚ ਕਹਿ ਰਹੇ ਹੋ, ਸੱਚਮੁੱਚ ਹੀ ਮੈਂ ਵਿਗੜ ਗਿਆ ਹਾਂ। ਐ ਬਿਗੜਿਓ ਕਬੀਰਾ, ਰਾਮ ਦੁਹਾਈ, ਦੁਹਾਈ ਹੈ ਰੱਬ ਦੀ। राम दुहाई जी कबीरा बिगड़ गया, राम दुहाई जी कबीरा बिगड़ गया। राम दुहाई जी कबीरा बिगड़ गया, बिगड़ गया। राम दुहाई, 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 राम दुहाई। राम दुहाई जी कबीरा बिगड़ गया, राम दुहाई जी कबीरा बिगड़ गया। राम दुहाई जी कबीरा बिगड़ गया, राम दुहाई जी कबीरा बिगड़ गया। बिगड़ो कबीरा राम दुहाई, साज पयो अनकतह न जाए। कहते कबीर दा विगड़ गया, इन्हां साधां तो बचा के रखो। यो गंगा कह संग सलता बिगड़ी, सो सलता गंगा होई बिगड़ी निबरी। सो सलता गंगा होए निबरी, बिगड़ो कबीर राम दुहाई, साज पयो अनकतह न जाई। कबीर जी कुछ दृष्टांत दे के दस रहे हैं। चंदन कह संग तरवर बिगड़ियो, सो तरवर चंदन होए निबरियो। कि दुनिया के लोगों सच कह रहे हो, मैं ही बिगड़ गया हूं। जिवें समुंदर दी संगत करके कोई नदी बिगड़ जाती है, जो मीह बुट्टे गलियां नालियां टोबियां का जल जाए, पवे विच सुरसरी, सुरसरी मिलत पवित्र पावन हो जाए। जिवें कोई समुंदर का पानी गलियां नदियों दे विच वड़ जाता है तो वह समुंदर का ही रूप हो जाती है। जिवें गंगा का पानी नदियां विच जाता है, नदी गंगा का ही रूप जाता है। कबीर जी कहते ने जिवें कि पारस की संगत करके तांबा बिगड़ जाता है, मैं भी उस तरह बिगड़ गया। तांबे तो बिगड़ के की बन जाता है? सोना। पारस के संग तांबा बिगड़ो, सो तांबा कंचन होए निबरे। जिवें चंदन की संगत करके कोई वृक्ष बिगड़ जाता है। कबीर चंदन का बिरवा भला बेड़ियो टाक पलास, ओए भी चंदन हो रहे बसे जो चंदन पास। जेड़े चंदन को दरख्त बाकी दे वास्ते ने, इन्हां विच चंदन की महक होनी शुरू हो जाती है। तुम चंदन हम एरंड बापरे, संग तुम्हारे बासा, नीच रूखते ऊंच पए है गंध सुगंध निवास। चंदन न रह गए आम दरख्त तो, राम रुख तो चंदन ही बन गया।
चंदन के संग तरवर बिगड़ो, सो तरवर चंदन होए निबरे। मैं भी संतां दी संगत करके मैं भी बिगड़ गया हाँ। संत संग कबीरा बिगड़े। कबीर तो बिगड़ के की बन गया? पहला सी जलाहा, हुण की बन गया? अब तो जाए चढ़े सिंघासन, मिले है सारिंग बाणी। कि मैं भी हुण राम बन गया, मैं भी संत बन गया। संतन संग कबीरा बिगड़े। बिगड़ के की बन गया? राम कबीरा भेद ना पाई। कि राम और कबीर दे कोई हुण भेद नहीं रहा। संसार एवें कहना शुरू कर दिंदा है। उन्हां दा अपना दृष्टिकोण है साध संगत देखण दा, उन्हां दी अपनी विचार है। खैर ध्यान दिओ, इधर गार्डियन साहब ने सोचा कि गुलाब ने जाके अपनी पढ़ाई दोबारा शुरू ना की, ज्वाइन ना किया स्कूल, तो इन्हां दे पिता ने सारी उम्र मैनू लांभे दई जाने। संत बाबा अतर सिंह जी महाराज जी ने बेनती की कि महाराज इन्हें एक बार भेज दो पटियाले, अपनी पढ़ाई शुरू कर लवे, 10वीं तक कर लवे, फिर उस तो बाद जिवें इसकी इच्छा हो, जिवें आपकी रजा हो। एक बार मेरी प्रेरणा दे नाल इत्थे तुहाडी संगत दे विच आया है, जे वापस ना गया तो ये माता पिता मैनू लामे देणगे। मेरी अर्ज है, मेरी बेनती है, इनू भेज दो वापस पटियाले। खैर संत बाबा अतर सिंह जी ने हुक्म कर दिता कि जाओ तुसीं। तो उन्होंने संतां जी ने अपनी पढ़ाई शुरू कर ली, तो वापस जाके भी मन अपना उत्थे छड्डता संत बाबा अतर सिंह जी कोले, पर आप कला शरीर उत्थे नाल लै गए। शरीर करके आ गए पर मन उत्थे छड्ड गए। स्कूल भी जाते हैं, घर भी रहते हैं, खाना पीना भी खाते हैं, क्लासां भी अटेंड करते हैं। क्लासां दे विच कई बार सुखमनी साहब का पाठ भी करते हैं, कई बार तो जितने पीरियड होंदे ने उतने ही सुखमनी साहब के पाठ कर जाते सन। पौने घंटे तक तकरीबन एक पीरियड होंदा है, तो इन्नी क देर दे जिन्हां नूं कंठ होया होवे वो सुखमनी साहब का पाठ कर लेंदे। जिन्ने पीरियड उन्नी श्री सुखमनी साहब के पाठ। सो आपने गुरबाणी नूं ही अपना जीवन आधार बना लिया। मैं गुरबाणी आधार है, गुरबाणी लाग रहाओ। हुण जीवन का आधार बन गया परमेश्वर का दात बन गया सिमरन। साचा नाम मेरा धारो, साच नाम आधार मेरा, जिन भुखा सब गवाइया। तो साध संगत फिर 10वीं का इम्तिहान दे के रेरू साहब चले गए संत जी महाराज, संत जी कोले, उन्होंने पास, उन्होंने चरना को उन्हें सेवा करते, उत्थे सेवा करते, बदौर मुख सेवादार सेवा करते। गुरपीरा की चाकरी महाकरड़ी सुख सार, नदर करे जिस अपनी तिस लाए हेत प्यार। सेवा करके महापुरखों की प्रसन्नता प्राप्त कर ली। पए कबूल खसम नाल जां घाल मरदी काली। तो साध संगत उन्होंने पासों बख्शिशां प्राप्त करके फिर आपने संसार में वंडियां, टुट के रहम के घर में आ गए। संत बाबा अतर सिंह जी रेरू साहब महापुरखों तो कीर्तन की दात लई, सेवा भी करते हैं, सिमरन भी करते हैं। शरीर दिनों दिन दुबला, संगतां ने बेनती करनी कि महाराज कि तुहाडा नवां ही सेवादार, इसनूं बंदगी और सेवा का इतना शौक है, ना खाण की परवाह, ना पहनण की परवाह, ना आराम की परवाह। कन्नां विच रात वगदी है, पैरां विच वेहियां वड्डियां ने, पट्टियां बन्नियां ने, चेहरे का रंग दिनों दिन पीला होंदा जा रहा है। कित्थे पटियाले का शाही शानो शौकत वाला जीवन, और कित्थे इन्हें अपने शरीर की यह हालत बना ली है। तो इसनूं थोड़ा बहुत समझाओ कि थोड़ा बहुत अपनी सेहत का भी ख्याल रखें। ये बंदगी सेवा तो सारी जिंदगी ही करनी है। साध संगत फिर महापुरखा ने आप मुखातब हो गए, ये बचन किया कि बंदगी और सेवा तो हुण असी बहुत की है, असी तो खजाना रखे साम के, हुण तैं वंडना है संसार दे विच। कीर्तन द्वारा गुरु नानक का संदेश घर घर विच पहुँचाउणा है। फिर संत बाबा अतर सिंह जी महाराज रेरू साहब वाला ने आप उन्होंने कीर्तन सीखण की प्रेरणा दी।
ਆਪ ਉਹਨਾਂ ਨੂੰ ਬੜੇ ਵਰਦਾਨ ਦਿੱਤੇ। ਸੰਤ ਬਾਬਾ ਅਤਰ ਸਿੰਘ ਜੀ ਮਸਤਾਨਾ ਵਾਲੇ ਮਹਾਂਪੁਰਖ, ਉਹਨਾਂ ਨਾਲ ਵੀ ਮਿਲਾਪ ਹੋਇਆ। ਉਹਨਾਂ ਨੇ ਵੀ ਆਪ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਬਚਨ ਕੀਤਾ, ਕਿਉਂਕਿ ਉਮਰ ਬਹੁਤ ਛੋਟੀ ਸੀ ਉਸ ਸਮੇਂ, ਕਿ ਇਸ ਭੁਜੰਗੀ ਤੋਂ ਗੁਰੂ ਨਾਨਕ ਨੇ ਬੜੀ ਵੱਡੀ ਸੇਵਾ ਲੈਣੀ ਹੈ। ਸਾਧ ਸੰਗਤ ਮਹਾਂਪੁਰਖਾਂ ਪਾਸੋਂ ਬਖਸ਼ਿਸ਼ਾਂ ਲੈ ਕੇ ਸੰਸਾਰ ਵਿੱਚ ਵੰਡੀਆਂ। ਸੰਸਾਰ ਦੇ ਕੋਨੇ-ਕੋਨੇ ਵਿੱਚ ਕੀਰਤਨ ਕੀਤਾ, ਬੇਅੰਤ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਉਹਨਾਂ ਜਿਹੜਾ ਸਾਲਾਨਾ ਜੋੜ ਮੇਲਾ ਜਨਮ ਦਿਹਾੜਾ ਜਿਹੜਾ ਆਲੋਵਾਲ ਦੇ ਵਿੱਚ ਮਨਾਇਆ ਜਾਂਦਾ ਹੈ, ਅੱਜ ਆਪਾਂ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਆਪਾਂ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਆਪਾਂ ਦੀਵਾਨ ਸਜਾਏ ਹਨ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਸਰੀਰ ਰੂਪੀ ਚੋਲਾ ਛੱਡਿਆ ਸੀ ਜਦੋਂ, ਉਹ ਵੀ ਇਸੇ ਮਹੀਨੇ 25 ਤਰੀਕ ਨੂੰ ਰਾੜਾ ਸਾਹਿਬ ਮਨਾਇਆ ਜਾਂਦਾ ਹੈ। ਵੱਧ ਚੜ੍ਹ ਕੇ ਉਦੋਂ ਵੀ ਸੰਗਤਾਂ ਉੱਥੇ ਪਹੁੰਚਦੀਆਂ ਹਨ। ਕੀਰਤਨ ਹੁੰਦਾ ਹੈ, ਰਹਿਣ ਸਬਾਈ ਕੀਰਤਨ ਹੁੰਦੇ ਹਨ, ਖੰਡ ਪਾਠ ਹੁੰਦੇ ਹਨ, ਅੰਮ੍ਰਿਤ ਸੰਚਾਰ ਹੁੰਦਾ ਹੈ। ਸੋ ਆਪ ਸਭ ਨੂੰ ਬੇਨਤੀ ਹੈ ਕਿ ਆਪ ਉੱਥੇ ਪਹੁੰਚ ਕੇ ਵੀ ਗੁਰੂ ਮਹਾਰਾਜ ਜੀ ਦੇ ਬਚਨਾਂ ਦਾ, ਗੁਰੂ ਕੀਰਤਨ ਦਾ ਲਾਹਾ ਲਵੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਆਪ ਬਾਣੀ ਪੜ੍ਹੋ ਔਰ ਹੋਰਾਂ ਨੂੰ ਪੜ੍ਹਾਓ। ਸਿੱਖੀ ਚਾਹੋ, ਸਿੱਖੀ ਲਈ ਕੁਝ ਕਰਨ ਲਈ ਸਿੱਖੀ ਦੇ ਵਿੱਚ ਆਓ, ਅੰਮ੍ਰਿਤ ਛਕੋ। ਇਹ ਸੋਚ ਕੇ ਛਕੋ ਕਿ ਅਸੀਂ ਇੱਕ ਐਡਮਿਸ਼ਨ ਲਈ ਆ, ਪੜ੍ਹਾਈ ਕਰੋ, ਗੁਰਬਾਣੀ ਪੜ੍ਹੋ, ਸਮਝੋ ਅਤੇ ਅੱਗੇ ਹੋਰਾਂ ਨੂੰ ਸਮਝਾਓ। ਇਹ ਨਾ ਆਖੋ ਕਿ ਸਾਡੇ ਵਰਗਾ ਕੌਣ ਸਮਝਾ ਸਕਦਾ, ਅਸੀਂ ਨਹੀਂ ਸਮਝਾਉਣ ਜੋਗੇ ਹੈਗੇ, ਅਸੀਂ ਐਡਨੇ ਜੋਗੇ ਨਹੀਂ ਹੈ। ਇਹ ਗੱਲਾਂ ਨਹੀਂ ਹੁੰਦੀਆਂ ਸਾਧ ਸੰਗਤ। ਜਿੰਨਾ ਵੀ ਗਿਆਨ ਇਨਸਾਨ ਨੂੰ ਹੁੰਦਾ ਹੈ, ਸਹੀ ਗਿਆਨ ਅੱਗੇ ਸਮਝਾਇਆ ਜਾਵੇ ਤਾਂ ਆਉਣ ਵਾਲੇ ਸੰਸਾਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਉਸ ਨੂੰ ਬਹੁਤ ਫਾਇਦਾ ਹੋਇਆ ਕਰਦਾ ਹੈ। ਕਿਉਂਕਿ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਜੇ ਸੋਚਦੇ ਕਿ ਮੈਂ ਸੰਸਾਰ ਨੂੰ ਕਿੱਥੋਂ ਇੰਨਾ ਗਿਆਨ ਦੇ ਸਕਦਾ, ਮੈਂ ਇੰਨੇ ਜੋਗਾ ਨਹੀਂ ਹਾਂ, ਮੇਰੀ ਇੰਨੀ ਬਿਰਤੀ ਨਹੀਂ ਹੈ, ਤਾਂ ਸਾਧ ਸੰਗਤ ਆਪਾਂ ਅੱਜ ਇੱਥੇ ਨਾ ਬੈਠੇ ਹੁੰਦੇ। ਅੱਜ ਆਪਾਂ ਜਗ੍ਹਾ ਜਗ੍ਹਾ 'ਤੇ ਕੀਰਤਨ ਨਾ ਕਰਦੇ ਹੁੰਦੇ, ਉਸ ਅਕਾਲ ਪੁਰਖ ਦਾ ਨਾਮ ਨਾ ਜਪਦੇ ਹੁੰਦੇ। ਆਪਣੇ ਆਪ ਨੂੰ ਨਾਨਕ ਸਰੂਪ ਮੰਨ ਕੇ, ਆਪਣੇ ਆਪ ਨੂੰ ਨਾਨਕ ਦਾ ਹੀ ਰੂਪ ਮੰਨ ਕੇ, ਜਿੰਨਾ ਗਿਆਨ ਵੱਧ ਤੋਂ ਵੱਧ ਮਿਲਦਾ ਹੈ ਉਸ ਨੂੰ ਇਕੱਤਰ ਕਰਕੇ ਫਿਰ ਇੱਕ ਸਮਾਂ ਲੈ ਕੇ ਉਸ ਨੂੰ ਖਿਲਾਰਨਾ ਸ਼ੁਰੂ ਕਰੋ, ਤਾਂ ਜੋ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੱਛਾਈ ਵਧੇ, ਬੁਰਾਈ ਘਟੇ। ਕਿਉਂਕਿ ਸਿੱਖੀ ਗਾਉਣ ਵਾਲੇ ਸਿੰਗਰਾਂ ਦੇ ਹੱਥਾਂ 'ਚ ਨਾ ਛੱਡੀਏ। ਜਿਹੜੇ ਸੋਚਦੇ ਨਾ ਕਿ ਸਿੰਗਰ ਨਾ ਹੁੰਦੇ ਤਾਂ ਫਿਰ ਲੋਕਾਂ ਨੇ ਪੱਗਾਂ ਨਹੀਂ ਸੀ ਬੰਨ੍ਹਣੀਆਂ। ਨਹੀਂ ਸਾਧ ਸੰਗਤ, ਲੋਕ ਪਹਿਲਾਂ ਵੀ ਪੱਗਾਂ ਬੰਨ੍ਹਦੇ ਸੀ, ਪਾਤਸ਼ਾਹੀ ਨੂੰ ਦੇਖ ਕੇ ਅਸੀਂ ਪੱਗਾਂ ਬੰਨ੍ਹਦੇ ਹਾਂ। ਟੁੱਕੜ ਦੇ ਸਿੰਗਰਾਂ ਨੂੰ ਦੇਖ ਕੇ ਅਸੀਂ ਪੱਗਾਂ ਨਹੀਂ ਬੰਨ੍ਹਣੀਆਂ। ਅਸੀਂ ਸਿਰਫ ਪੱਗਾਂ ਜੋਗੇ ਨਹੀਂ, ਪੱਗਾਂ ਤਾਂ ਸਾਰੇ ਕੋਈ ਬੰਨ੍ਹ ਲੈਂਦਾ, ਜਿਹੜਾ ਮਰਜ਼ੀ ਬੰਨ੍ਹ ਲਵੇ, ਉਹ 'ਚ ਕੀ ਵੱਡੀ ਗੱਲ ਹੈ। ਪਰ ਪੱਗ ਬੰਨ੍ਹਣੀ, ਉਹਦਾ ਉਸ ਤਰ੍ਹਾਂ ਦਾ ਕਿਰਦਾਰ ਵੀ ਬਣਾਈ। ਕਈ ਸਿੰਗਰ ਕਹਿੰਦੇ ਨੇ ਕਿ ਜੇ ਅਸੀਂ ਨਾ ਹੁੰਦੇ ਤਾਂ ਹੁਣ ਲੋਕਾਂ ਨੇ ਸਿੱਖੀ ਛੱਡ ਦੇਣੀ, ਸਿੱਖੀ ਇਹਨਾਂ ਕਰਕੇ ਬਚੀ ਨਹੀਂ। ਸਾਧ ਸੰਗਤ, ਸਿੱਖੀ ਦਾ ਬਚੇ ਉਹਨਾਂ ਮਹਾਂਪੁਰਖਾਂ ਕਰਕੇ, ਜਿਨ੍ਹਾਂ ਨੇ ਦੂਰ ਦੂਰ ਜਾ ਕੇ, ਬਾਹਰਲੇ ਦੇਸ਼ਾਂ 'ਚ ਜਾ ਕੇ ਪ੍ਰਚਾਰ ਕੀਤਾ, ਕੀਰਤਨ ਕੀਤਾ, ਕਥਾ ਕੀਤੀ। ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜੇ ਵਾਲੇ, ਉਹ ਪਹਿਲੇ ਵਿਅਕਤੀ ਹੋਏ ਨੇ ਸਿੱਖ ਜਗਤ ਦੇ ਵਿੱਚ, ਸਿੱਖ ਕੌਮ ਦੇ ਵਿੱਚ, ਜਿਨ੍ਹਾਂ ਨੇ ਬਾਹਰਲੇ ਦੇਸ਼ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਸਭ ਤੋਂ ਪਹਿਲੇ ਸਿੱਖ ਹੋਏ ਨੇ। ਉਹਨਾਂ ਨੇ ਸਿੱਖੀ ਨੂੰ ਬਹੁਤ ਵਧਾਇਆ। ਉਹਨਾਂ ਦੀ ਬਹੁਤ ਵੱਡੀ ਦੇਣ ਹੈ ਸਿੱਖੀ ਨੂੰ, ਬਹੁਤ ਵੱਡੇ ਉਹਨਾਂ ਦੇ ਦੇਣ ਨਹੀਂ ਚਲੋ ਕਹਿ ਸਕਦੇ, ਦੇਣ ਤਾਂ ਚਲੋ ਮਹਾਰਾਜ ਦੀ ਹੈ, ਕਹਿ ਲਓ ਕਿ ਬਹੁਤ ਵੱਡੀ ਸੇਵਾ ਵਾ ਉਹਨਾਂ ਦੀ ਸਿੱਖੀ ਲਈ, ਜੋ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਮੰਨਦੇ ਨਹੀਂ ਸੀ ਬਾਹਰ ਜਾਣ ਲਈ, ਪਰ ਕੁਝ ਸੰਗਤਾਂ ਦੇ ਕਹਿਣ 'ਤੇ, ਮਨਾਉਣ 'ਤੇ ਫਿਰ ਉਹਨਾਂ ਨੇ ਬਾਹਰ ਜਾ ਕੇ ਦੀਵਾਨ ਲਾਉਣੇ ਵੀ ਸ਼ੁਰੂ ਕੀਤੇ। ਬਾਹਰ ਵੀ ਉਹਨਾਂ ਨੇ ਸਿੱਖੀ ਨੂੰ ਵਧਾਇਆ। ਸੋ ਸਾਧ ਸੰਗਤ, ਅਸੀਂ ਸਿੰਗਰਾਂ ਦੇ ਪਿੱਛੇ ਲੱਗ ਕੇ, ਕਿਉਂਕਿ ਅਕਸਰ ਦਾਸ ਨੇ ਵੀ ਦੇਖਿਆ, ਜਿਹੜੇ ਵੀ ਸਿੰਗਰਾਂ ਦੇ ਪਿੱਛੇ ਲੱਗ ਕੇ ਦਸਤਾਰਾਂ ਬੰਨ੍ਹਦੇ ਨੇ, ਸਿਰਫ ਦਸਤਾਰਾਂ ਹੀ ਬੰਨ੍ਹਣ ਜੋਗੇ ਨੇ, ਉਹਨਾਂ ਵਾਂਗੂ ਐਕਟਿੰਗ ਕਰਨ ਜੋਗੇ ਨੇ, ਗਾਣੇ ਦੇ ਵਿੱਚ ਗਾਲਾਂ ਕੱਢਣ ਜੋਗੇ ਨੇ। ਪਰ ਗੁਰਬਾਣੀ ਸਾਨੂੰ ਇਹ ਨਹੀਂ ਸਿਖਾਉਂਦੀ ਕਿ ਗੁਰਬਾਣੀ ਤਾਂ ਇਹੋ ਜਿਹਾ ਨੂੰ ਮੱਥਾ ਨਹੀਂ ਲਾਉਂਦੀ,
इन्हां बारे तो गल ही की करनी। ये कूड़ प्रचार, गाने कूड़ प्रचार ने। कईयां नूं दलजीत दोसांझ वर्गे या मूसे वाले वर्गे बहुत पसंद आउंदे ने। फिर असी वैसे कह दिंदे कि असी सिख हाँ, पर असीं रहिंदे इन्हां सिंगरां वांगू हाँ, कहने अपने आप नूं सिख हैं। साध संगत इस तरह नहीं हुंदा। दो बेड़ियां ते पैर नहीं कदे रखिया जांदा है। एक सोच ही इंसान दी चलदी है, एक सोच ते ही पैरा दिता जांदा। दोगले इंसान दी किते भी बुक्कत नहीं पैंदी है। हाँ, दिखावे मात्र असीं कह सकते कि मेरा तेरे नाल बड़ा प्रेम है, पर पिठ पिछे तो अगले नूं गालां ही पैंदियां कि ये तां एक पासे टिके, एक पासे भी नहीं रहिंदा है। गल गल ते मुकरन वाला बंदा। जो सिंगर होण उदों सिंगरां की गल कर ली, जो बाबे आ गए उदों बाबियां की गल कर ली। करदे ही ने इस तरह, बथेरे करदे ने। सो सिੱਖੀ ਦੇ ਵਿੱਚ ਆਈਏ, ਅੰਮ੍ਰਿਤ ਛਕੀਏ, ਅੰਮ੍ਰਿਤ ਸੰਚਾਰ ਹੋਵੇ ਤਾਂ ਜੋ ਕਿ ਸਿੱਖੀ ਵਧੇ ਵੱਧ ਤੋਂ ਵੱਧ। ਆਪਣੇ ਪ੍ਰਚਾਰ ਦੇ ਵਿੱਚ ਬਦਲਾਅ ਲਿਆਈਏ, ਕੁਝ ਚੇਂਜਸ ਲਿਆਈਏ। सतबाबा ईश्वर सिंह जी ने बहुत आसान तरीके दी धारणा चलाइयां, क्योंकि उस समय लोगों ने इन्ना जिन्नी की समझ सी उस हिसाब नाल, जां उन्होंने जिन्नी की समझ आई उन्होंने उस हिसाब नाल प्रचार किया, धारणा लियांदियां, तां क्योंकि लोगों को बाणी नहीं सी चंगी तरह समझ आउंदी। गुरबाणी नहीं सी समझ आउंदी, ਤਾਂ ਉਹਨਾਂ ਨੇ ਆਮ ਜਿਹੀ ਧਾਰਨਾ ਲੈ ਕੇ, ਆਮ ਜਿਹੀ ਧਾਰਨਾ ਦੇ ਨਾਲ ਕਿੰਨਾ ਦੇਖੋ ਪ੍ਰਚਾਰ ਕੀਤਾ। ਲੱਖਾਂ ਦੇ ਚ ਪ੍ਰਾਣੀਆਂ ਨੂੰ ਲੱਖਾਂ ਚ ਪ੍ਰਾਣੀਆਂ ਚ ਅੰਮ੍ਰਿਤ ਸੰਚਾਰ ਕਰਵਾਏ। ਤਾਂ ਸਾਧ ਸੰਗਤ ਕੋਸ਼ਿਸ਼ ਕਰੀਏ ਕਿ ਸਿੰਗਰਾਂ ਦੇ ਫੈਨ ਨਾ ਬਣੀਏ, ਗੁਰੂ ਮਹਾਰਾਜ ਦੇ ਫੈਨ ਬਣੀਏ। ਗੁਰੂ ਮਹਾਰਾਜ ਨੂੰ ਦੇਖ ਕੇ, गुरु महाराज दे साखियां सुन के, उन्हां दी बाणी सुन के आपां अपने आप नूं बदलाव दे विच लईए, अपने आप नूं सिੱਖੀ दे विच लईए। गुरु पातशाह नूं वेख के सिੱਖੀ गुरु पातशाहियां दी है, किसी सिंगर दी नहीं है। सिंगर दे 2-4 डायलॉग पसंद हो सकते हैं, 100 गाने 99 गाने च गंद पा के एक गाने दे विच बाबे नानक दा नाम लै देना, कोई सिੱਖੀ नहीं हुंदी। ਇਹੋ ਜਿਹੇ ਕਈ ਨੇ ਜਿਹੜੇ ਗੰਦ ਬਕਦੇ ਨੇ। ਅਸੀਂ ਤਾਂ ਆਪਣੇ ਬੱਚਿਆਂ ਨੂੰ ਨੱਚਣ ਲਾ ਦਿੰਦੇ, ਪਰ ਅਸੀਂ ਕਦੇ ਸੋਚਿਆ ਨਹੀਂ ਆ ਕਿ ਵੀ ਅਸੀਂ ਕਿਸ ਵਰਡਿੰਗ ਦੇ ਉੱਪਰ ਉਹ ਨੱਚ ਰਹੇ ਨੇ, ਕੀ ਵਰਡਿੰਗ 'ਤੇ ਗੱਲ ਕਰਦੇ ਪਏ ਨੇ, ਕੀ ਐਕਟ ਕਰ ਰਹੇ ਨੇ। ਸੋ ਸਮੇਂ ਵਿੱਚ ਰਹਿੰਦੇ ਆਪਾਂ ਹੁਣ ਸਮਾਪਤੀ ਵੱਲ ਚੱਲੀਏ। ਕੋਸ਼ਿਸ਼ ਕਰੀਏ ਕਿ ਵੀ ਆਪਾਂ ਖੁਦ ਅੰਮ੍ਰਿਤ ਛਕ ਕੇ, ਗੁਰਬਾਣੀ ਦੀ ਸਿੱਖਿਆ ਲੈ ਕੇ ਹੋਰਾਂ ਨੂੰ ਸਮਝਾਈਏ, ਹੋਰਾਂ ਨੂੰ ਪ੍ਰੇਰਿਤ ਕਰੀਏ, ਸਿੱਖੀ ਨਾਲ ਜੋੜੀਏ। ਇੱਕ ਅਕਾਲ ਤਖਤ ਦੀ ਇੱਕ ਮਰਿਆਦਾ ਨਾਲ ਜੁੜੀਏ, ਅਲੱਗ-ਅਲੱਗ ਮਰਿਆਦਾ ਨਾਲ ਨਹੀਂ, ਅਕਾਲ ਤਖਤ ਦੀ ਸਿਰਫ ਇੱਕ ਮਰਿਆਦਾ ਨਾਲ ਜੁੜੀਏ, ਤਾਂ ਆਪਾਂ ਇੱਕ ਹੋ ਸਕਾਂਗੇ। ਸਿੱਖੀ ਵਿੱਚ ਉਹ ਆਵੇ, ਅੰਮ੍ਰਿਤ ਸਿਰਫ ਉਹ ਛਕੇ ਜਿਹੜਾ ਆਪਣੇ ਆਪ ਨੂੰ ਸੱਚੀ ਸਿੱਖ ਖਵਾਉਣਾ ਚਾਹੁੰਦਾ, ਸਿਰਫ ਨਾਮ ਦਾ ਨਹੀਂ। ਨਾਮ ਦੇ ਤਾਂ ਇੱਥੇ ਬੜੇ ਰੁਲਦੇ ਫਿਰਦੇ ਨੇ, ਨਾਮ ਦੇ ਸਿੱਖ ਤਾਂ ਬੜੇ ਰੁਲਦੇ ਫਿਰਦੇ ਨੇ, ਉਹਨਾਂ ਦੀ ਗੱਲ ਨਹੀਂ। ਜਿਹੜੇ ਅਸਲ ਦੇ ਵਿੱਚ ਸਿੱਖੀ ਚਾਹੁੰਣਾ ਚਾਹੁੰਦੇ ਨੇ, ਸਿੱਖੀ ਦੀ ਸੇਵਾ ਕਰਨਾ ਚਾਹੁੰਦੇ ਨੇ। ਇੱਕ ਸਮਾਂ ਵਾ ਜਦੋਂ ਆਪਾਂ ਬਚਪਨਾ ਹੁੰਦਾ, ਬਚਪਨੇ 'ਚ ਰਹਿੰਦੇ ਹਾਂ, ਉਦੋਂ ਸਿੱਖੋ, ਕਿਰਤ ਕਰੋ, ਵੱਡੇ ਹੁੰਦੇ ਕਿਰਤ ਕਰੋ। 35, 40, 45 ਸਾਲ ਦੀ ਉਮਰ ਦੇ ਵਿੱਚ ਜਾ ਕੇ, ਜਾਂ ਜਦੋਂ ਵੀ ਲੱਗੇ ਕਿ ਹਾਂ ਵੀ ਹੁਣ ਸਾਡੇ ਆਉਣ ਵਾਲੀ ਅਗਲੀ ਜਨਰੇਸ਼ਨ ਜਿਹੜੀ ਆਪਣੇ ਆਪ ਕਮਾ ਕੇ ਖਾ ਸਕਦੀ, ਉਦੋਂ ਕਮਾਉਣਾ ਛੱਡ ਕੇ ਆਪਣੇ ਜਿੰਨਾ ਇੰਨਾ ਕੁ ਸਾਂਭ ਲਓ ਪਹਿਲਾਂ ਹੀ, ਕਿ ਬਾਅਦ 'ਚ ਭੁੱਖੇ ਨਾ ਮਰੀਏ। ਇੰਨਾ ਕੁ ਕਮਾ ਲਓ ਤੇ ਬਾਅਦ 'ਚ ਸਿੱਖੀ ਦਾ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕਰੋ, ਤਾਂ ਜੋ ਕਿ ਵੀ ਸਿੱਖੀ ਵੱਧ ਤੋਂ ਵੱਧ ਵਧੇ। ਕਦੇ ਇਕੱਲੇ ਕੁੱਤੇ ਕਮਾਉਣ 'ਤੇ ਨਾ ਰਹਿ ਜਾਈਏ ਕਿ ਰਿਟਾਇਰ ਹੋ ਗਏ ਤਾਂ ਕੁੱਤੇ ਕਮਾ ਲਈਏ, ਨਹੀਂ। ਸਿੱਖੀ ਨੂੰ ਵਧਾਈਏ ਵੱਧ ਤੋਂ ਵੱਧ, ਨਵੇਂ ਤਰੀਕਿਆਂ ਨਾਲ, ਨਵੇਂ ਮਿਊਜ਼ਿਕ ਨਾਲ, ਨਵੇਂ ਇੰਸਟਰੂਮੈਂਟਸ ਨਾਲ ਸਿੱਖੀ ਨੂੰ, ਕਿਉਂਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਸਭ ਨੂੰ ਨਵਾਂ ਚਾਹੀਦਾ, ਨਵਾਂ ਕੁਛ ਕਰੇ। ਸੰਤ ਬਾਬਾ ਈਸ਼ਰ ਸਿੰਘ ਜੀ ਨੇ ਉਸ ਸਮੇਂ ਦੇ ਵਿੱਚ ਨਵਾਂ ਹੀ ਕੀਤਾ ਸੀਗਾ ਧਾਰਨਾ ਪੜ੍ਹ ਕੇ। ਹੁਣ ਧਾਰਨਾ ਦੇ ਸਟਾਈਲ ਵੀ ਚੇਂਜ ਹੋਣੇ ਚਾਹੀਦੇ ਨੇ ਥੋੜ੍ਹੇ ਬਹੁਤ, ਜ਼ਰੂਰੀ ਨਹੀਂ ਕਿ ਸਿਰਫ ਉਸੇ ਲਹਿਜੇ 'ਚ ਹੀ ਗਾਇਆ ਜਾਵੇ। ਕਈਆਂ ਦੀ ਪਸੰਦ ਉਹ ਲਹਿਜਾ ਵੀ ਕਈਆਂ ਦੀ ਪਸੰਦ ਹੈ, ਪਰ ਥੋੜ੍ਹਾ ਬਹੁਤ ਚੇਂਜ ਕਰੀਏ ਤਾਂ ਜੋ ਕਿ ਹੁਣ ਦੀ ਜਨਰੇਸ਼ਨ ਵੀ ਨਾਲ ਥੋੜ੍ਹੀ ਬਹੁਤ ਜੁੜੇ। ਨਿਸ਼ਕਾਮ ਸੇਵਾ, ਨਿਸ਼ਕਾਮ ਕੀਰਤਨ,
निर्वाण कीर्तन गावो करते का निमक समृत जित छूटे। आओ हुण सारे आनंद साहब विच हाजरियां भरो जिन्हां ने कीर्तन दे विच हाजरी नहीं भरी, हुण आनंद साहब दे विच हाजरी भर के अपनी रसना नूं पवित्र करो जी। धन है धन है धन है गुरु नानक देव साहब, धन है धन है धन है धन है गुरु, धन है धन है धन है गुरु अंगद देव साहब, धन है धन है धन है धन है गुरु अमरदास साहब, धन है धन है धन है धन है गुरु रामदास साहब, धन है धन है धन है धन है गुरु अर्जन देव साहब, धन है धन है धन है गुरु हरगोबिंद साहिब जी, धन है धन है धन है धन है गुरु श्री हर राय साहब, धन है धन है धन है धन है गुरु श्री हर कृष्ण साहब, धन है धन है धन है धन है गुरु तेग बहादुर साहब, धन है धन है धन है धन है गुरु गोबिंद सिंह साहब, धन है धन है धन है धन है गुरु ग्रंथ साहिब जी, धन है धन है धन है धन है तेरा पंथ खालसा, धन है धन है राम कली महला तीजा आनंद एक ओंकार सतगुर प्रसाद। आनंद पाया मेरी माए सतगुरु में पाया, सतगुर ता पाया सहज सेती मन वजिया बधाई। राग रतन परवार मरिया सबद गावण आइया, सब जोत गावो हरि केरा। कह नानक नंद हुआ सतगुरु में पाया। हर नाल रहो तू मन मेरे दुख सब विसारना। ना गला समरथ स्वामी तो क्यों मन हो विसारे। साचे साहिबा क्या नहीं करते रे। सदा सिफत सलाह तेरी नाम मन वसावे। कहे नानक सच्चे साहिब क्या नहीं करते रे। साचा नाम मेरा आधारो। कर साथ सुख मन आए वसिया जिन इच्छा सत पुजाइया। कहे नानक सुनो संतो संग करो प्यारो। साचा नाम मेरा आधारो। कर सुभाग्या शब्द वाजे कला जित कर तारिया।
सुर कर्म पाया तुझ जिनको से नाम हर के लागे। अनंत सुनो वट भागियो सगल मनोरथ पूरे। दुख रोग संताप उतरे सुनी सच्ची बाणी। सुनते पनित कहते पवित्र सतगुर रहा भरपूरे। पवन गुरु पानी पिता माता दर्द महत। चंगियाइया बुराइया वाच धर्म दूर। जिन्नी नाम ते आया जिन्नी नाम ते आया। जिन्नी नाम ते आया जिन्नी नाम ते आया। वाहिगुरु 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 वाहिगुरु
ਵਾਹਿਗੁਰੂ 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 ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੁਏ ਹੋ। ਸੋ ਕਹੁ ਟਲ ਗੁਰ ਸੇਵੀਐ, ਅਹਨਸ ਸਹਿਜ ਸੁਪਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ। ਜੋਗੀ ਹੋਵੈ ਜੋਗਵੈ, ਭੋਗੀ ਹੋਵੈ ਖਾਏ। ਤਪੀਆ ਹੋਵੈ ਤਪ ਕਰੇ, ਤੀਰਥ ਮਲ ਮਲ ਨਾਏ। ਜੋਗੀ ਹੋਵੈ ਜੋਗਵੈ, ਭੋਗੀ ਹੋਵੈ ਖਾਏ। ਤਪੀਆ ਹੋਵੈ ਤਪ ਕਰੇ, ਤੀਰਥ ਮਲ ਮਲ ਨਾਏ। ਤੇਰਾ ਸਦੜਾ ਸੁਣੀਜੈ ਭਾਈ, ਜੇ ਕੋ ਬਹਿ ਅਲਾਏ। ਰਹਾਉ ਜੈਸਾ ਬੀਜੈ ਸੋ ਲੁਣੈ, ਜੋ ਖੱਟੇ ਸੋ ਖਾਏ। ਅੱਗੇ ਪੁੱਛ ਨਾ ਹੋਵਈ, ਜੇ ਸਣ ਨਿਸਾਣੈ ਜਾਏ। ਤੈਸੋ ਜੈਸਾ ਕਾਢੀਐ, ਜੈਸੀ ਕਾਰ ਕਮਾਏ। ਜੋ ਦਮ ਚਿਤ ਨ ਆਵਈ, ਸੋ ਦਮ ਬਿਰਥਾ ਜਾਏ। ਇਹ ਤਨ ਵੇਚੀ ਬੈ ਕਰੀ, ਜੇ ਕੋ ਲੈ ਵਿਕਾਏ। ਨਾਨਕ ਕੰਮ ਨ ਆਵਈ, ਜਿਤ ਤਨ ਨਾਹੀ ਸੱਚਾ ਨਾਉ। ਇਹ ਤਨ ਵੇਚੀ ਬੈ ਕਰੀ, ਜੇ ਕੋ ਲੈ ਵਿਕਾਏ। ਨਾਨਕ ਕੰਮ ਨ ਆਵਈ, ਜਿਤ ਤਨ ਨਾਹੀ ਸੱਚਾ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।